दूसरे अध्याय का 32 नंबर श्लोक। यदृच्छया चोपन्नम स्वर्गद्वारम अपावृतम सुखिना क्षत्रिय पार्थ लभन्ते युद्धम ईदृश्यम। इस विच भगवान श्री कृष्ण कह रहे ने, ये शब्द जिहड़े ने, ये जिहड़ा श्लोक है भगवान श्री कृष्ण अर्जुन नू कह रहे ने कि हे पार्थ, ये हिंदी विच लिखा हुआ है, मैं पंजाबी च ट्रांसलेट कर देंगा। हे पार्थ, ओ क्षत्रिय सुखी है जिन्हां ने ऐसे युद्ध जिन्हां नू ऐसा युद्ध ਕਰਨ ਦਾ ਅਵਸਰ ਮਿਲਦਾ ਹੈ ਅਤੇ ਉਹ बहुत ही सौभाग्यशाली है। मतलब इस विच लिखा है कि हिंदी में लिखा है जिन्होंने ऐसे युद्ध के अवसर अपने आप प्राप्त होते हैं जिन्हें जिससे उन्हें उनके लिए स्वर्ग लोक के द्वार खुल जाते हैं। हाँ, भगवान श्री कृष्ण अर्जुन ਨੂੰ ਕਹਿ ਰਹੇ ਨੇ ਕਿ ਜਿਹੜੇ क्षत्रिय ਨੂੰ ऐसा युद्ध धर्म युद्ध कुरुक्षेत्र ਦਾ ਜਿਹੜਾ युद्ध है धर्म युद्ध है ਤੇ ਧਰਮ ਯੁੱਧ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਕਹਿ ਰਹੇ ਨੇ ਕਿ ਜਦ ਕੋਈ ਲੜਦਾ ਹੈ ਤਾਂ ਅਗਰ ਉਸ ਦੀ ਮ੍ਰਿਤਿੂ ਹੁੰਦੀ ਹੈ ਤਾਂ ਉਹ ਵਿਅਕਤੀ ਸਵਰਗ ਲੋਕ ਜਾਂਦਾ ਹੈ, ਸਵਰਗਾਂ ਵਿੱਚ ਵਾਸ ਕਰਦਾ ਹੈ ਉਹ ਵਿਅਕਤੀ, ਚਾਹੇ ਉਹ ਵਿਅਕਤੀ ਅਧਰਮ ਦੀ ਸਾਈਡ ਤੋਂ ਲੜਦਾ ਹੋਵੇ, ਚਾਹੇ ਉਹ ਵਿਅਕਤੀ ਧਰਮ ਦੀ ਸਾਈਡ ਤੋਂ ਲੜਦਾ ਹੋਵੇ। ਇਸ ਕਰਕੇ ਖਾਸ ਤੌਰ ਤੇ ਸਾਨੂੰ ਇਸ ਚੀਜ਼ ਤੇ ਭਗਵਦ ਗੀਤਾ ਦੇ ਭਗਵਾਨ ਸ਼੍ਰੀ ਕ੍ਰਿਸ਼ਨ ਜ਼ੋਰ ਦੇ ਰਹੇ ਨੇ ਕਿ ਜਿੱਦਾਂ भगवद गीता के पहले अध्याय का पहला नंबर श्लोक है, की श्लोक है धर्म क्षेत्रे कुरुक्षेत्रे। धर्म क्षेत्रे की जिहड़ा युद्ध है कित्थे होण जा रहा है, धर्म दे क्षेत्र कुरुक्षेत्र विच होण जा रहा है। ते ये जिहड़ा युद्ध है धर्म युद्ध है। धर्म क्षेत्रे कुरुक्षेत्रे समवेता युद्धोत्सवा मामकाः पांडवास्यैव किम अकुर्वत संजय। बहुत इंपॉर्टेंट श्लोक है अज दा। इस विच भगवान श्री कृष्ण अर्जुन नूं कह रहे हैं कि धर्म दे युद्ध विच अगर कोई मरदा है ਤਾਂ ਉਸ ਦੀ ਜਿਹੜੀ ਮੁਕਤੀ ਹੈ ਉਹ ਤੇ ਨਿਸ਼ਚਿਤ ਹੈ, ਉਹ ਸਵਰਗਾਂ ਵਿੱਚ ਵਾਸ ਕਰਦਾ ਹੈ, ਉਹਨੂੰ ਕੋਈ ਨੁਕਸਾਨ ਨਹੀਂ ਹੈਗਾ। ਜੇ ਕੋਈ ਬੰਦਾ ਯੁੱਧ ਜਿੱਤਦਾ ਹੈ ਤਾਂ ਵੀ ਉਹਦਾ ਫਾਇਦਾ ਹੈ। ਅਰਜੁਨ ਨੂੰ ਕਹਿ ਰਹੇ ਨੇ ਕਿ ਅਰਜੁਨ ਜੇ ਤੂੰ ਇਸ ਯੁੱਧ ਵਿੱਚ ਅਗਰ ਜਿੱਤਦਾ ਹੈ ਤਾਂ ਤੈਨੂੰ ਰਾਜ්य ਸੁਖ ਭੋਗਣ ਦਾ ਮੌਕਾ ਮਿਲੇਗਾ, ਤੇ ਜੇ ਤੂੰ ਹਾਰਦਾ ਹੈ ਤਾਂ ਇਹ ਧਰਮ ਦਾ ਯੁੱਧ ਤਾਂ ਹਾਰਨ ਦੇ ਬਾਵਜੂਦ ਵੀ ਤੈਨੂੰ ਸਵਰਗਾਂ ਵਿੱਚ ਵਾਸ ਕਰਨ ਦਾ ਮੌਕਾ ਮਿਲੇਗਾ। ਲੇਕਿਨ ਅਰਜੁਨ ਜਿਹੜਾ ਹੈਗਾ ਪਹਿਲੇ ਅਧਿਆਏ ਦੇ 31 ਨੰਬਰ ਸ਼ਲੋਕ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਕਹਿ ਰਿਹਾ ਹੈ ਕਿ ਭਗਵਦ ਗੀਤਾ ਦੇ ਪਹਿਲੇ ਅਧਿਆਏ ਦੇ 31 ਨੰबर श्लोक ਦੇ ਵਿੱਚ भगवान श्री कृष्ण ਨੂੰ अर्जुन कह रहे हैं हे कृष्ण, इस युद्ध में अपने ही स्वजनों का वध करने से ना तो मुझे कोई अच्छाई दिखती है और ना मैं उससे किसी प्रकार की विजय राज्य का सुख की इच्छा रखता हूँ। अर्जुन ਨੂੰ ਲੱਗ ਰਿਹਾ ਹੈ ਕਿ भगवान श्री कृष्ण ਨੂੰ ਕਹਿ ਰਿਹਾ ਕਿ ਮੈਨੂੰ ਤਾਂ ਇਹਦੇ ਵਿੱਚ ਕੋਈ ਚੰਗਾ ਕੰਮ ਨਹੀਂ ਲੱਭ ਰਿਹਾ, ਕੋਈ ਅੱਛਾਈ ਨਹੀਂ ਲੱਭ ਰਹੀ। ਇਹਦੇ ਇਸ ਯੁੱਧ ਵਿੱਚ ਤੇ ਮਾਰ ਕੁਟਾਈ ਹੋ ਰਹੀ ਆ, ਆਪਾਂ ਆਪਣੇ ਹੀ ਭੈਣ ਭਰਾਵਾਂ ਨੂੰ ਮਾਰ ਰਹੇ ਆ, ਆਪਣੇ ਰਿਸ਼ਤੇਦਾਰਾਂ ਨੂੰ ਮਾਰਨ ਜਾ ਰਹੇ ਆ, ਤੇ ਅਸੀਂ ਮੈਨੂੰ ਤੇ ਇਹਦੇ ਵਿੱਚ ਕੋਈ ਚੰਗਾ ਕੰਮ ਨਹੀਂ ਲੱਭਦਾ। ਤਾਂ ਸਾਨੂੰ ਤੇ ਤਾਂ ਅਰਜੁਨ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਕਹਿ ਰਿਹਾ ਕਿ ਅਸੀਂ ਕਿਤੇ ਗਲਤ ਡਿਸੀਜਨ ਤੇ ਨਹੀਂ ਲੈ ਰਹੇ, ਅਸੀਂ ਕਿਤੇ ਗਲਤ ਕੰਮ ਤੇ ਨਹੀਂ ਕਰਨ ਜਾ ਰਹੇ ਕਿ ਸਾਨੂੰ ਕਿਤੇ ਬਾਅਦ ਚੋਂ ਪਛਤਾਣਾ ਪਵੇ ਕਿ ਅਸੀਂ ਅਧਰਮ ਕਰਤਾ। ਅਰਜੁਨ ਨੂੰ ਲੱਗ ਰਿਹਾ ਕਿ ਅਸੀਂ ਅਧਰਮ ਕਰਨ ਜਾ ਰਹੇ, ਲੇਕਿਨ ਇਹ ਜਿਹੜਾ ਯੁੱਧ ਹੈ ਇਹ ਧਰਮ ਯੁੱਧ ਹੈ। ਇਸ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਹੁਣ ਇਸ ਸ਼ਲੋਕ ਵਿੱਚ ਪਹਿਲੇ ਅਧਿਆਇ ਦਾ ਜਿਹੜਾ 31 ਨੰਬਰ ਸ਼ਲੋਕ ਦੇ ਵਿੱਚ ਅਰਜੁਨ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਕਿਹਾ ਕਿ ਮੈਨੂੰ ਇਹਦੇ ਵਿੱਚ ਕੋਈ ਅੱਛਾਈ ਚੰਗਾ ਕੰਮ ਨਹੀਂ ਲੱਭ ਰਿਹਾ। ਲੇਕਿਨ ਉਸ ਦਾ ਆਨਸਰ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ 32 ਨੰਬਰ ਸ਼ਲੋਕ ਦੂਜੇ ਅਧਿਆਇ ਵਿੱਚ ਦੇ ਰਹੇ ਨੇ। ਇਸ ਸ਼ਲੋਕ ਦੇ ਵਿੱਚ ਕਿ ਸਭ ਤੋਂ ਪਹਿਲਾਂ ਤਾਂ ਉਸ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਉਸ ਦੀ ਡਿਊਟੀ ਯਾਦ ਦਿਲਾਉਂਦੇ ਨੇ ਕਿ ਤੂੰ ਖੱਤਰੀ ਹੈਗਾ ਤੇ ਤੇਰਾ ਕੰਮ ਹੈ ਲੜਨਾ, ਤੂੰ ਯੁੱਧ ਤੋਂ ਪਿੱਛੇ ਨਹੀਂ ਹਟ ਸਕਦਾ ਤੇ ਤੂੰ ਕਾਇਰ ਕਹਿਲਾਏਗਾ। ਤੇ ਨਾਲੇ ਇਸ ਸ਼ਲੋਕ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ क्षत्रिय ਹੋਣ ਦਾ ਉਹਨੂੰ ਜਿੱਦਾਂ क्षत्रिय ਦੀ ਜਿਹੜੀ ਆਨ ਬਾਨ ਤੇ ਸ਼ਾਨ ਹੁੰਦੀ ਹੈ ਉਹ ਕਿਸ ਕਰਕੇ ਹੁੰਦੀ ਹੈ, ਯੁੱਧ ਦੇ ਵਿੱਚ ਉਹ ਯੋਧਾ ਹੈ, ਲੜਦਾ ਹੈ, ਮੈਦਾਨ ਦੇ ਵਿੱਚ ਉਹ ਜਿੱਤ ਕੇ ਆਉਂਦਾ ਹੈ ਤੇ ਉਸ ਦੀ ਬਹਾਦੁਰੀ ਕਰਕੇ ਉਸ ਦੀ ਵਾਹਵਾਹੀ ਹੁੰਦੀ ਹੈ। ਲੇਕਿਨ ਇਸ ਦੇ ਵਿੱਚ ਅਰਜੁਨ ਡਰ ਰਿਹਾ ਹੈ ਤੇ ਯੁੱਧ ਨੂੰ ਛੱਡਣ ਦੀ ਕੋਸ਼ਿਸ਼ ਕਰ ਰਿਹਾ ਤੇ ਭੱਜਣ ਦੀ ਕੋਸ਼ਿਸ਼ ਕਰ ਰਿਹਾ, ਜਿਸ ਵਿੱਚ
ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਪਿਛਲੇ ਸ਼ਲੋਕ 'ਚ ਸ਼ਾਇਦ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਦੂਜੇ ਅਧਿਆਏ ਦੇ ਆਈ ਥਿੰਕ 12 ਨੰਬਰ ਸ਼ਲੋਕ ਦੇ ਵਿੱਚ ਅਰਜੁਨ ਨੂੰ ਡਾਂਟਿਆ ਵੀ ਹੈ। क्लैब्यम माम समग्म पार्था नेतत्वयुपपद्यते क्षुद्रम हृदय दौर्बल्यम त्यक्त्वतिष्ठ परंतप। भगवान श्री कृष्ण अर्जुन ਨੂੰ ਕਹਿ ਰਹੇ हैं कि क्लैब्यम माम समग्म पार्था कि तू ਨਪੁੰਸਕਾਂ ਦੀ ਤਰ੍ਹਾਂ ਕਿਉਂ ਡਰ ਰਿਹਾ ਹੈ, ਤੂੰ ਤੇ ਖੱਤਰੀਆ ਹੈ। ਤੇ ਇਸ ਸ਼ਲੋਕ 'ਚ ਭਗਵਾਨ ਕਹਿ ਰਹੇ ਕਿ ਖੱਤਰੀਏ ਨੂੰ ਜਦੋਂ ਯੁੱਧ ਵਿੱਚ ਲੜਨ ਦਾ ਮੌਕਾ ਮਿਲਦਾ ਹੈ ਉਹ ਤਾਂ ਉਹਦੇ ਲਈ ਖੁਸ਼ੀ ਦੀ ਗੱਲ ਹੈ। ਤੈਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਅੱਜ ਤੈਨੂੰ ਧਰਮ ਯੁੱਧ ਦੇ ਵਿੱਚ ਲੜਨ ਦਾ ਮੌਕਾ ਮਿਲ ਰਿਹਾ ਹੈ ਤੇ ਤੂੰ ਛੱਡ ਕੇ ਭੱਜ ਰਿਹਾ। ਨਾਲ ਹੀ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਉਹਨੂੰ ਸਮਝਾ ਰਹੇ ਨੇ ਕਿ ਧਰਮ ਯੁੱਧ ਵਿੱਚ ਜਦੋਂ ਕੋਈ ਲੜਦਾ ਹੈ ਚਾਹੇ ਉਹ ਜਿੱਤਦਾ ਹੈ ਚਾਹੇ ਉਹ ਹਾਰਦਾ ਹੈ ਉਹਦਾ ਨੁਕਸਾਨ ਕੋਈ ਨਹੀਂ ਹੈਗਾ, ਉਹਦਾ ਨੁਕਸਾਨ ਕੋਈ ਨਹੀਂ ਹੈਗਾ। ਲੇਕਿਨ ਅਰਜੁਨ ਕਹਿ ਰਿਹਾ ਕਿ ਮੈਨੂੰ ਇਹ 'ਚ ਚੰਗਾ ਕੰਮ ਕੋਈ ਨਹੀਂ ਲੱਭ ਰਿਹਾ। ਨਾਲ ਹੀ ਨਾਲ ਭਗਵਾਨ ਕਹਿ ਰਹੇ ਕਿ ਉਹਨੂੰ ਸਵਰਗਾਂ ਦੀ ਪ੍ਰਾਪਤੀ ਹੋਏਗੀ। ਜੇ ਅਧਰਮ ਦੀ ਸਾਈਡ ਤੋਂ ਕੋਈ ਬੰਦਾ ਮਰਦਾ ਹੈ ਤਾਂ ਉਹਨੂੰ ਵੀ ਸਵਰਗਾਂ ਦੀ ਪ੍ਰਾਪਤੀ ਹੋਏਗੀ। ਕਿਉਂ? ਕਿਉਂਕਿ ਇਹ ਧਰਮ ਦਾ ਯੁੱਧ ਹੈ, ਧਰਮ ਦੀ ਸਥਾਪਨਾ ਹੋਣੀ ਹੈ ਇਸ ਯੁੱਧ ਵਿੱਚ। यदा यदा हि धर्मस्य ग्लानिर्भवति भारत अभ्युत्थानं धर्मस्य तदात्मानं सृजाम्यहम्। कि भगवान श्री कृष्ण ਦੇ ਸਾਹਮਣੇ ਜੋ ਵੀ ਵਿਅਕਤੀ ਮਰਦਾ ਹੈ ਉਸ ਦੀ ਮੁਕਤੀ ਤੇ ਪੱਕਾ ਹੀ ਹੈ, ਉਹ ਤੇ ਸਵਰਗਾਂ ਵਿੱਚ ਵਾਸ ਕਰਦਾ ਹੀ ਹੈ, ਉਹ ਤਾਂ ਡੈਫੀਨੇਟਲੀ ਕਰੇਗਾ। ਇਸੇ ਕਰਕੇ ਭਗਵਾਨ ਕਹਿ ਰਹੇ ਧਰਮ ਯੁੱਧ ਸ਼ਾਸਤਰਾਂ 'ਚ ਵੀ ਲਿਖਿਆ ਕਿ ਧਰਮ ਯੁੱਧ ਵਿੱਚ ਕੋਈ ਮਰਦਾ ਹੈ ਤਾਂ ਉਹਨੂੰ ਸਵਰਗਾਂ ਵਿੱਚ ਉਹਨੂੰ ਵਾਸ ਮਿਲਦਾ ਹੈ। ਤਾਂ ਇਸ ਦੇ तात्पर्य एक्सप्लेनेशन में लिखा है कि विश्व के परम गुरु भगवान श्री कृष्ण अर्जुन की इस प्रवृत्ति की भर्त्सना करते हैं। शास्त्रों में लिखा है कि भगवान श्री कृष्ण परम गुरु किया गया है। परम गुरु मतलब सब तो पहले गुरु संसार में भगवान श्री कृष्ण नहीं है कि वासुदेव सुतम देवम कंस चानुर्मर्दनम देवकी परमानंदम कृष्णम वंदे जगत गुरुम। कि भगवान श्री कृष्ण ही जगत के परम गुरु हैं, पहले गुरु ते सब तो उच्चे भगवान ही ने जिन्हों ने सानू ज्ञान दिता, भगवत गीता का ज्ञान। ते ओही अज अर्जुन नू ज्ञान दे रहे हैं कि इस प्रवृत्ति की प्रदर्शना करते हुए करते हैं जब वह कहता है। हाँ, भगवान श्री कृष्ण अर्जुन ਦੀ ਜਿਹੜੀ ਪਹਿਲੇ ਅਧਿਆਏ ਵਿੱਚ 31 ਨੰਬਰ ਸ਼ਲੋਕ 'ਚ ਅਰਜੁਨ ਨੇ ਕਿਹਾ ਕਿ ਮੈਨੂੰ ਤੇ ਕੋਈ ਚੰਗਾ ਕੰਮ ਲੱਭ ਨਹੀਂ ਰਿਹਾ, ਤਾਂ ਭਗਵਾਨ ਉਸ ਦੀ ਗੱਲ ਨੂੰ ਕੱਟ ਰਹੇ ਨੇ। ਕੀ ਕਹਿ ਰਹੇ ਨੇ ਭਗਵਾਨ श्री कृष्ण? जब वह कहता है कि उसे इस युद्ध में कुछ भी तो लाभ नहीं दिख रहा। हाँ, अर्जुन कह रहे कि ਮੈਨੂੰ ਤਾਂ ਇਸ ਵਿੱਚ ਕੋਈ ਫਾਇਦਾ ਨਹੀਂ ਲੱਭ ਰਿਹਾ, ਸਾਡਾ ਵੀ ਨੁਕਸਾਨ ਹੈ ਤੇ ਉਹਨਾਂ ਦਾ ਵੀ ਨੁਕਸਾਨ ਹੈ। ਲੇਕਿਨ ਅਰਜੁਨ ਨੂੰ ਭਗਵਾਨ श्री कृष्ण ਫਾਇਦਾ ਦੱਸ ਰਹੇ ਨੇ। इससे नरक में शाश्वत वास करना होगा। हाँ, अर्जुन लग रहा है कि ਅਸੀਂ ਜੇ ਮਾਰਾਂਗੇ ਤੇ ਸਾਨੂੰ ਪਾਪ ਲੱਗੇਗਾ, ਸਾਨੂੰ ਨਰਕਾਂ ਵਿੱਚ ਵਾਸ ਕਰਨਾ ਪਏਗਾ, ਨਰਕਾਂ 'ਚ ਜਾਣਾ ਪਏਗਾ। लेकिन अर्जुन बिल्कुल गलत है। ਇਸੇ ਕਰਕੇ अर्जुन द्वारा ऐसे व्यक्तित्व केवल अज्ञान जन्य थे। अर्जुन ਜਿਹੜਾ ਸੀ ਫਿਰ ਪੂਰਾ ਗਿਆਨੀ ਉੱਥੇ ਲੱਗ ਰਿਹਾ, ਉਹਨੂੰ ਕੁਝ ਗਿਆਨ ਨਹੀਂ ਸੀ। ਭਗਵਾਨ श्री कृष्ण ਇੱਥੇ अर्जुन ਨੂੰ ਪੂਰਾ ਗਿਆਨੀ ਕਹਿ ਰਹੇ ਨੇ ਕਿ ਤੂੰ ਤੇ ਅਗਿਆਨੀ ਦੀ ਤਰ੍ਹਾਂ ਗੱਲ ਕਰ ਰਿਹਾ, ਤੂੰ क्षत्रिय ਕਿੱਥੋਂ ਹੈ, तू तो क्षत्रिय है ही नहीं। ते इस करके वह अपने स्वधर्म के आचरण में अहिंसक बनना चाह रहा था। अच्छा, अर्जुन दस रहा कि मैं अहिंसक, सानू हिंसा नहीं करनी चाहिए। अर्जुन अपने वालों बहुत चंगा काम कर रहा है कि सानू किसी नू मारना नहीं चाहिए, किसी नू डांटना नहीं चाहिए, किसी का कतल नहीं करना चाहिए, गलत काम नहीं करना चाहिए। लेकिन इसते ये सोचना ठीक है, लेकिन ਜਿਹੜੇ ਲੋਕੀ ਅਧਰਮੀ ਨੇ ਜਿਨ੍ਹਾਂ ਨੇ ਗਲਤ ਕੰਮ ਕੀਤਾ ਉਹਨਾਂ ਦੇ ਨਾਲ ਤੇ ਅਧਰਮ ਦੇ ਨਾਲ ਹੀ ਉਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਤੇ ਚੰਗੇ ਵਿਅਕਤੀ ਦੇ ਨਾਲ ਚੰਗਾ ਬਣਨਾ ਚਾਹੀਦਾ ਤੇ ਮਾੜੇ ਵਿਅਕਤੀ ਦੇ ਨਾਲ ਹਮੇਸ਼ਾ ਮਾੜਾ ਹੀ ਬਣਨਾ ਚਾਹੀਦਾ ਜੀ। ਕਿਉਂਕਿ ਅਰਜੁਨ 5 ਪਾਂਡਵਾਂ ਨੇ ਕਈ ਵਾਰੀ ਉਹਨਾਂ ਨੂੰ ਮਾਫ ਕੀਤਾ, ਕਿਉਂ ਕਈ ਵਾਰੀ 5 ਪਾਂਡਵਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਦੁਰਯੋਧਨ ਨੇ, ਦੁਸ਼ਾਸਨ ਨੇ, 100 ਕੌਰਵਾਂ ਨੇ ਕਈ ਵਾਰੀ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਲਕਸ਼ਗ੍ਰਹਿ 'ਚ ਅੱਗ ਲਾਤੀ, ਉਹਨਾਂ ਨੂੰ ਅੰਦਰ ਹੀ ਮਾਰਨ ਦੀ ਕੋਸ਼ਿਸ਼ ਕੀਤੀ। ਫਿਰ ਵੀ ਮਨਾ ਕਰਦੇ ਰਹੇ ਕਿ ਚਲੋ ਛੱਡੋ, ਕੋਈ ਗੱਲ ਨਹੀਂ। ਲੇਕਿਨ ਅੱਜ ਜਦੋਂ ਫੈਸਲਾ ਲੈਣ ਦਾ ਸਮੇਂ ਆਇਆ ਤੇ ਅਰਜੁਨ ਅੱਜ ਵੀ ਉਹੀ ਸੋਚ ਰਿਹਾ ਕਿ ਸਾਨੂੰ ਇਹਨਾਂ ਨੂੰ ਛੱਡ ਦੇਣਾ ਚਾਹੀਦਾ। ਲੇਕਿਨ ਅਰਜੁਨ ਨੂੰ ਭਗਵਾਨ ਸਮਝਾ ਰਹੇ ਨੇ ਇਹ ਧਰਮ ਦਾ ਯੁੱਧ ਹੈ, ਅੱਜ ਧਰਮ ਦੀ ਸਥਾਪਨਾ ਹੋਣੀ ਹੈ ਤੇ ਧਰਮ ਦੀ ਸਥਾਪਨਾ ਕਰਨ ਲਈ ਸਾਨੂੰ ਅਧਰਮ ਦਾ ਨਾਸ਼ ਕਰਨਾ ਹੀ ਪੈਣਾ ਹੈ।
ਤਾਂ ਅੱਗੇ, किंतु एक क्षत्रिय के लिए युद्ध भूमि में स्थित होकर इस प्रकार अहिंसक बनना मूर्खों का दर्शन है। ਤੇ ਇੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਕਹਿ ਰਹੇ ਨੇ ਕਿ ਤੇ ਤੂੰ क्षत्रिय ਹੈਗਾ ਵਾ ਤੇ ਆਪਣਾ क्षत्रिय ਧਰਮ ਨਿਭਾ। ਜੇ ਤੂੰ ਆਪਣਾ क्षत्रिय ਧਰਮ ਨਹੀਂ ਨਿਭਾਉਂਦਾ ਤਾਂ ਤੂੰ ਤਾਂ ਮੂਰਖ ਹੈ, ਕਿਉਂਕਿ ਤੈਨੂੰ ਆਪਣਾ ਧਰਮ ਹੀ ਭੁੱਲ ਗਿਆ ਤੇ ਤੂੰ ਕਾਹਦੇ ਲਈ ਕਾਹਦਾ क्षत्रिय ਹੈ? ਤੂੰ ਆਪਣਾ ਧਰਮ ਹੀ ਭੁੱਲ ਗਿਆ। ਜੇ ਤੂੰ क्षत्रिय ਹੁੰਦਾ ਤੇ ਇੱਥੇ ਲੜਨਾ ਨਾ, ਤੂੰ ਲੜ, ਲੇਕਿਨ ਤੂੰ ਛੱਡ ਕੇ ਭੱਜ ਰਿਹਾ मैदान। ਤਾਂ ਇਸ ਲਈ पराशर स्मृति में व्यासदेव के पिता पराशर ने कहा है, हाँ, पराशर मुनि कह रहे ने व्यासदेव जी ਦੇ ਪਿਤਾ क्षत्रिय ਦਾ ਧਰਮ ਦੱਸ ਰਹੇ ਨੇ। क्षत्रियो ही प्रजा रक्षन शस्त्र पानी प्रदंडयन निर्जित्य परसन्यादि क्षितिम धर्मेण पालेत। क्षत्रिय का धर्म है कि वह सभी क्लेशों से नागरिकों की रक्षा करे। ਇਸ ਵਿੱਚ ਕਹਿ ਰਹੇ ਨੇ ਕਿ क्षत्रिय ਦਾ ਜਿਹੜਾ ਧਰਮ ਹੈ ਉਹ ਸਾਰੇ ਲੋਕਾਂ ਨੂੰ ਕਲੇਸ਼ਾਂ ਤੋਂ ਮੁਕਤ ਕਰੇ। इस ਲਈ उसे शांति तथा व्यवस्था बनाए रखने के लिए हिंसा करनी पड़ती है। ਇਸ ਲਈ ਉਸੇ ਇਸ ਲਈ क्षत्रिय ਨੂੰ ਸ਼ਾਂਤੀ ਤੇ ਵਿਵਸਥਾ ਕਰਨ ਲਈ ਕੀ ਕਰਨਾ ਪੈਂਦਾ? ਹਿੰਸਾ ਕਰਨੀ ਪੈਂਦੀ ਹੈ। ਕਿਉਂਕਿ ਹਿੰਸਾ ਮਤਲਬ ਹੁਣ ਕੋਈ ਸਮਾਜ ਵਿੱਚ ਕੋਈ ਗਲਤ ਕੰਮ ਕਰ ਰਿਹਾ ਉਹਨੂੰ ਰੋਕਣ ਵਾਸਤੇ ਤਾਂ ਤੁਸੀਂ ਕੀ ਕਰੋਗੇ? ਪਿਆਰ ਕਰੋਗੇ? ਲਾਡ ਪਿਆਰ ਕਰੋਗੇ? ਨਹੀਂ, ਲਾਡ ਪਿਆਰ ਦੇ ਨਹੀਂ ਕਰਾਂਗੇ। ਤੇ ਲਾਡ ਪਿਆਰ ਕਰਾਂਗੇ ਤੇ ਉਹ ਕੀ ਜ਼ਿਆਦਾ ਮਛਰੇਗਾ, ਜ਼ਿਆਦਾ ਹੀ ਹੋਰ ਉੱਚਾ ਉਛਲੇਗਾ ਕਿ ਹੋਰ ਉਲਟੇ ਸਿੱਧੇ ਕੰਮ ਕਰੇਗਾ, ਲੋਕਾਂ ਨੂੰ ਤੰਗ ਕਰੇਗਾ। ਇਸੇ ਕਰਕੇ ਉਹਨੂੰ ਸ਼ਾਂਤ ਕਰਨ ਲਈ ਪੁਲਿਸ ਕਾਹਦੇ ਲਈ ਬੈਠੀ ਹੈ? ਪ੍ਰਸ਼ਾਸਨ ਦਿੱਤਾ ਹੈ, ਪੁਲਿਸਮੈਨ ਹੁੰਦੇ ਨੇ, ਜਿੱਦਾਂ ਗਵਰਨਮੈਂਟ ਨੇ ਪੁਲਿਸ ਵਾਲੇ ਸਾਰੇ ਸ਼ਹਿਰ 'ਚ ਰੱਖੇ ਨੇ ਤਾਂ ਕਿ ਕੋਈ ਗਲਤ ਕੰਮ ਕਰਦਾ ਤਾਂ ਉਹਨੂੰ ਮਾਰਨਾ ਹੈ। ਕਿਉਂਕਿ ਮਾਰ ਤੋਂ ਬਿਨਾਂ ਕੋਈ ਬੰਦਾ ਸੁਧਰਦਾ ਨਹੀਂ ਹੈਗਾ, ਕਿਉਂਕਿ ਬੁਰੇ ਲੋਕ ਤੇ ਬੁਰੇ ਹੀ ਹੁੰਦੇ ਨੇ, ਉਹ ਨਹੀਂ ਸਮਝ ਸਕਦੇ ਚੰਗਾ ਤੇ ਕੀ, ਉਹਨਾਂ ਨੇ ਆਪਣੇ ਵੱਲੋਂ ਬੁਰਾ ਹੀ ਕਰਨਾ। ਇਸੇ ਕਰਕੇ ਉਹਨਾਂ ਨੂੰ ਸਮਝਾਉਣ ਲਈ ਡੰਡੇ ਦੀ ਸੱਟ ਉਹਨੂੰ ਮਾਰਨੀ ਪੈਂਦੀ ਹੈ। इसी तरह अतः उसे शत्रु राजाओं के सैनिकों को जीत कर धर्म पूर्वक संसार पर राज्य करना चाहिए। धर्म पूर्वक ਇੱਥੇ ਦੱਸ ਰਹੇ ਨੇ ਕਿ क्षत्रिय ਜਿਹੜਾ ਹੁੰਦਾ ਹੈ ਉਹਨੂੰ ਆਪਣੇ ਦੁਸ਼ਮਣਾਂ ਨਾਲ ਤੇ ਬਾਕੀ ਜਿਹੜੇ ਦੁਸ਼ਮਣ ਰਾਜਾ ਜਿਹੜੇ ਨੇ, ਜਿਹੜੇ ਗਲਤ ਕੰਮ ਕਰਦੇ ਨੇ ਜਾਂ ਦੂਜਿਆਂ ਨੂੰ ਤੰਗ ਕਰਦੇ ਨੇ, ਉਹਨਾਂ ਦੇ ਸੈਨਿਕਾਂ ਨੂੰ ਜਿੱਤ ਕੇ ਨਾਲ ਧਰਮ ਪੂਰਵਕ ਮਤਲਬ ਧਰਮ ਦੇ ਅਨੁਸਾਰ ਸੰਸਾਰ ਤੇ ਰਾਜਯ ਕਰਨਾ ਚਾਹੀਦਾ क्षत्रिय ਨੂੰ। ਇਸ ਲਈ ਅੱਜ ਇੱਥੇ ਬਹੁਤ ਜ਼ਰੂਰੀ ਹੈ ਅਰਜੁਨ ਦਾ ਲੜਨਾ। ਜੇ ਅੱਜ ਇੱਥੇ ਅਰਜੁਨ ਨਹੀਂ ਲੜਦਾ ਤਾਂ ਕੀ ਹੋਏਗਾ? 100 ਕੌਰਵ ਜਿਹੜੇ ਨੇ ਉਹ ਅਧਰਮ ਫੈਲਾਣਗੇ ਦੁਨੀਆ ਦੇ ਵਿੱਚ। ਸਾਰੇ ਜਗ੍ਹਾ ਤੇ ਜਿੰਨੇ ਵੀ ਲੋਕ ਨੇ, ਹਰ ਕੋਈ ਦੁਖੀ ਹੋਏਗਾ, ਫਿਰ ਦੁਖੀ ਕਰਨਗੇ। ਜਿੱਦਾਂ ਦ੍ਰੋਪਦੀ ਦੇ ਨਾਲ ਹੋਇਆ, ਚੀਰਹਰਨ ਹੋਇਆ, ਗਲਤ ਹੋਇਆ, ਉਹਨਾਂ ਨੇ ਜੂਏ ਦੇ ਵਿੱਚ ਚੀਟਿੰਗ ਕੀਤੀ ਹੈ 5 ਪਾਂਡਵਾਂ ਦੇ ਨਾਲ। ਹੋਰ ਵੀ ਅਧਰਮੀ ਜਿਹੜੇ 100 ਕੌਰਵ ਨੇ ਲੋਕਾਂ ਨਾਲ ਗਲਤ ਕਰਨਗੇ, ਅਧਰਮ ਕਰਨਗੇ। ਇਸੇ ਕਰਕੇ ਅੱਜ ਇਹਨਾਂ ਨੂੰ ਹਰਾਉਣਾ ਬਹੁਤ ਹੀ ਜ਼ਰੂਰੀ ਸੀ। ਲੇਕਿਨ ਅਰਜੁਨ ਦਾ ਦਿਮਾਗ ਬਿਲਕੁਲ ਹੀ ਘੁੰਮ ਗਿਆ ਮੋਹ ਵਿੱਚ ਕਿ ਮੇਰੇ ਚਾਚੇ ਤਾਏ ਨੇ, ਮੇਰੇ ਆਪਣੇ ਭਰਾ ਨੇ, ਲੇਕਿਨ ਉਹ ਆਪਣਾ क्षत्रिय धर्म भूल गया। लेकिन आगे कह रहे हैं कि यदि सभी पक्षों पर विचार करें तो अर्जुन को युद्ध से विमुख होने का कोई कारण नहीं था। हाँ, इत्थे कह रहे हैं कि जे ਅਸੀਂ ਚਾਰੇ ਪਾਸੇ ਵੇਖੀਏ, ਮਤਲਬ ਪਕਸ਼ ਜੇ ਆਪਾਂ ਸੋਚ ਵਿਚਾਰ ਕਰੀਏ ਤਾਂ ਅਰਜੁਨ ਦਾ ਯੁੱਧ ਨਾ ਕਰਨਾ ਬਣਦਾ ਨਹੀਂ ਸੀ। ਅਰਜੁਨ ਨੂੰ ਯੁੱਧ ਕਰਨਾ ਹੀ ਚਾਹੀਦਾ ਸੀ। ਅਰਜੁਨ ਆਪਣੇ ਵੱਲੋਂ ਸੋਚ ਰਿਹਾ ਕਿ ਮੈਂ ਯੁੱਧ ਨਾ ਕਰਕੇ ਬੜਾ ਵਧੀਆ ਕੰਮ ਕਰਾਂਗਾ, 100 ਕੌਰਵਾਂ ਨੂੰ ਛੱਡ ਦਿਆਂਗਾ, ਉਹਨਾਂ ਤੇ ਭਲਾਈ ਕਰਾਂਗਾ। ਲੇਕਿਨ ਉਹਨੂੰ ਨਹੀਂ ਪਤਾ ਕਿ ਆਉਣ ਵਾਲੇ ਸਮੇਂ 'ਚ 100 ਕੌਰਵ ਦੁਨੀਆ ਦੇ ਉੱਤੇ ਭਲਾਈ ਨਹੀਂ ਕਰਨਗੇ, ਦੁਨੀਆ ਨੂੰ ਤੰਗ ਕਰਨਗੇ, ਦੁਨੀਆ ਦੇ ਉੱਤੇ ਅਧਰਮ ਫੈਲਾਣਗੇ, ਦੂਜੇ ਲੋਕਾਂ ਦੇ ਨਾਲ ਗਲਤ ਵਿਵਹਾਰ ਕਰਨਗੇ। ਅਰਜੁਨ ਇਸ ਬਾਰੇ ਨਹੀਂ ਸੋਚ ਰਿਹਾ। ਅੱਗੇ ਕੀ ਲਿਖ ਰਹੇ हैं प्रभुपाद जी, यदि वह शत्रुओं को जीतता है तो राज्य भोग करेगा और यदि वह युद्ध भूमि में मरता है तो स्वर्ग को जाएगा, जिसके द्वार उसके लिए खुले हुए हैं। ਇੱਥੇ ਲਿਖ ਰਹੇ हैं प्रभुपाद जी, ਅਗਰ ਅਰਜੁਨ ਜਿੱਤਦਾ ਹੈ, 100 ਕੌਰਵਾਂ ਨੂੰ ਹਰਾਉਂਦਾ ਹੈ, ਤਾਂ ਉਹ ਰਾਜ੍य ਭੋਗ ਕਰੇਗਾ, ਉਹਨੂੰ ਰਾਜ੍य ਮਿਲੇਗਾ ਜਿੱਤਣ ਲਈ, ਭੋਗ ਕਰੇਗਾ, ਇੰਜੋਏ ਕਰੇਗਾ। ਲੇਕਿਨ ਜੇ ਉਹ ਹਾਰਦਾ ਹੈ ਤਾਂ ਉਹਨੂੰ ਸਵਰਗਾਂ ਦੇ ਵਿੱਚ ਵਾਸ ਕਰਨ ਦਾ ਮੌਕਾ ਮਿਲੇਗਾ। ਮਤਲਬ ਕਹਿਣ ਦਾ ਭਾਵ ਹੈ ਕਿ ਪੰਜੇ ਤੇ ਪੰਜੇ ਉਂਗਲੀਆਂ ਘਿਓ ਦੇ ਵਿੱਚ ਨੇ ਉਹਦੀਆਂ, ਪੰਜੇ ਤੇ ਪੰਜੇ ਉਂਗਲੀਆਂ ਅਰਜੁਨ ਦੀਆਂ। ਅਰਜੁਨ ਨੂੰ ਕਿਸੇ ਪਾਸੋਂ ਵੀ ਨੁਕਸਾਨ ਨਹੀਂ ਹੈਗਾ, ਕਿਉਂਕਿ ਅਰਜੁਨ ਧਰਮ
ਦੀ ਸਾਈਡ ਤੋਂ ਲੜ ਰਿਹਾ ਹੈ। ਜਿਹੜਾ ਬੰਦਾ ਧਰਮ ਦੀ ਸਾਈਡ ਤੋਂ ਲੜਦਾ ਹੈ, ਉਹਦੀ ਉਸ ਵਿਅਕਤੀ ਦੀ ਕਦੇ ਵੀ ਹਾਨੀ ਨਹੀਂ ਹੋ ਸਕਦੀ, ਉਸ ਵਿਅਕਤੀ ਦਾ ਕਦੇ ਵੀ ਨੁਕਸਾਨ ਨਹੀਂ ਹੋ ਸਕਦਾ, ਕਿਉਂਕਿ ਮਹਾਭਾਰਤ ਵਿੱਚ ਹੀ ਲਿਖਿਆ ਹੈ, ਧਰਮੋ ਰਕਸ਼ਿਤੀ ਰਕਸ਼ਿਤः, ਕਿ ਜਿਹੜਾ ਬੰਦਾ ਧਰਮ ਦੀ ਰੱਖਿਆ ਕਰਦਾ ਹੈ, ਧਰਮ ਉਸ ਦੀ ਰੱਖਿਆ ਕਰਦਾ ਹੈ। ਮੰਨ ਲਓ ਤੁਸੀਂ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਦੇ ਹੋ, ਭਾਰਤੀ ਸੰਵਿਧਾਨ ਦੇ ਨਿਯਮਾਂ ਦੇ ਪਾਲਣ ਕਰਦੇ ਹੋ, ਤਾਂ ਤੁਹਾਨੂੰ ਜਿਹੜੇ ਗਵਰਨਮੈਂਟ ਹੈ, ਉਹ ਤੁਹਾਨੂੰ ਕੀ ਕਰੇਗੀ, ਤੁਹਾਨੂੰ ਫੈਸਿਲਿਟੀਜ਼ ਦੇਣਗੀ ਕਿ ਇਹ ਬੰਦਾ ਬਹੁਤ ਵਧੀਆ ਹੈ, ਬਹੁਤ ਵਧੀਆ ਨਾਗਰਿਕ ਹੈ, ਇਹਨੂੰ ਫੈਸਿਲਿਟੀਜ਼ ਵਧੀਆ ਦੇਣ, ਉਹਨੂੰ ਹੋਰ ਜ਼ਿਆਦਾ ਓਪਰਚੁਨਿਟੀ ਮਿਲਦੀ ਹੈ ਸਮਾਜ ਦੇ ਵਿੱਚ ਈਜ਼ੀਲੀ ਤੇ ਹੈਪੀਲੀ, ਮਤਲਬ ਸੁਖੀ ਰਹਿਣ ਲਈ ਉਹਨੂੰ ਬਹੁਤ ਵਧੀਆ ਹਰ ਇੱਕ ਇਨਵਾਇਰਨਮੈਂਟ ਪ੍ਰੋਵਾਈਡ ਕੀਤਾ ਜਾਂਦਾ ਹੈ ਸਰਕਾਰ ਵੱਲੋਂ। ਉਸੇ ਤਰ੍ਹਾਂ ਧਰਮੋ ਰਕਸ਼ਿਤੀ ਰਕਸ਼ਿਤਾ, ਜਿਹੜਾ ਬੰਦਾ ਧਰਮ ਦੀ ਰੱਖਿਆ ਕਰਦਾ ਹੈ, ਧਰਮ ਦੀ ਰੱਖਿਆ ਲਈ ਆਪਣਾ ਜੀਵਨ ਕੁਰਬਾਨ ਕਰਦਾ ਹੈ, ਤਾਂ ਧਰਮ ਉਸ ਦੀ ਰੱਖਿਆ ਕਰਦਾ ਹੈ। ਧਰਮ ਮਤਲਬ ਸਾਕਸ਼ਾਤ ਭਗਵਾਨ ਸ਼੍ਰੀ ਕ੍ਰਿਸ਼ਨ, ਸਾਕਸ਼ਾਤ ਭਗਵਾਨ। ਧਰਮੋ ਰਕਸ਼ਿਤੀ ਰਕਸ਼ਿਤਾ, ਸ਼ਾਸਤਰਾਂ ਵਿੱਚ ਸ਼ਲੋਕ ਆਉਂਦਾ ਹੈ, धर्मम तु साक्षात भगवत प्रणीतम ना वै विदुरस्योर नापि सिद्ध मुखा कुतो न विद्याधर चरणाद्याः, कि धर्मम तु साक्षात भगवत प्रणीतम, धर्म की है, धर्म वो है जो साक्षात भगवान श्री कृष्ण ने खुद बनाया, जो भगवान ने बनाया। धर्मम तु साक्षात भगवत प्रणीतम, जो भगवान ने डिसाइड किया वो धर्म है। इसलिए इत्थे भगवान श्री कृष्ण अर्जुन ਨੂੰ ਕਹਿ ਰਹੇ ਨੇ ਤੂੰ ਲੜ, ਤਾਂ ਇੱਥੇ ਲੜਨਾ ਅਰਜੁਨ ਦੇ ਲਈ ਧਰਮ ਹੈ। ਜੇ ਭਗਵਾਨ ਦੀ ਗੱਲ ਨੂੰ ਮਨਾ ਕਰਦਾ ਹੈ, ਤਾਂ ਉਸ ਲਈ ਬਹੁਤ ਵੱਡਾ ਉਹ ਅਧਰਮ ਕਰ ਰਿਹਾ ਹੈ, ਕਿਉਂਕਿ ਭਗਵਾਨ ਨੂੰ ਪਤਾ ਹੈ ਕਿ ਉਹ ਵਿਅਕਤੀ, ਚਲੋ ਇਹ ਤਾਂ ਕਾਮਨ ਸੈਂਸ ਹੈ, ਕੋਈ ਬੰਦਾ ਵੀ ਐਸਟੀਮੇਟ ਲਗਾ ਸਕਦਾ ਕਿ ਸਾਹਮਣੇ ਵਾਲਾ ਬੰਦੇ ਦੀ ਹਿਸਟਰੀ ਵੇਖ ਕੇ ਕਿ ਉਹਨੇ ਕੀ ਕੀ ਕੀਤਾ ਹੈ, 100 ਕੌਰਵਾਂ ਨੇ ਕੀ ਕੀ ਕੀਤਾ ਪਾਂਡਵਾਂ ਦੇ ਨਾਲ, ਦ੍ਰੋਪਦੀ ਦੇ ਨਾਲ, ਬਾਕੀ ਦੁਨੀਆ ਦੇ ਨਾਲ ਹੀ ਬਹੁਤ ਗਲਤ ਕੰਮ ਕੀਤੇ ਨੇ, ਤਾਂ ਉਹਨਾਂ ਨਾਲ ਵੀ ਲੜਨਾ ਜਾਇਜ਼ ਹੈ, ਉਹਨਾਂ ਨੂੰ ਹਰਾਉਣਾ ਇੱਥੇ ਜਾਇਜ਼ ਹੈ, ਅਰਜੁਨ ਨੂੰ ਇੱਥੇ ਲੜਨਾ ਚਾਹੀਦਾ ਹੈ। ਲੇਕਿਨ ਅਰਜੁਨ ਗਲਤ ਡਿਸੀਜਨ ਲੈ ਰਿਹਾ, ਤੇ ਅਰਜੁਨ ਆਪਣਾ ਮੋਹ ਵਿੱਚ ਆ ਕੇ, ਆਪਣੇ ਰਿਸ਼ਤੇਦਾਰਾਂ ਦੇ ਮੋਹ ਵਿੱਚ ਆ ਕੇ, ਗੁਰੂਆਂ ਦੇ ਮੋਹ ਵਿੱਚ ਆ ਕੇ ਉਹਨਾਂ ਨੂੰ ਛੱਡਣ ਦੀ ਕੋਸ਼ਿਸ਼ ਕਰ ਰਿਹਾ ਕਿ ਨਹੀਂ ਰਹਿਣ ਦੋ, ਉਹਨਾਂ ਨੂੰ ਛੱਡ ਦੋ, ਜੋ ਕਿ ਅਰਜੁਨ ਦਾ ਬਹੁਤ ਗਲਤ ਡਿਸੀजन ਸੀ। ਅੱਗੇ ਲਾਸਟ ਲਾਈਨ ਹੈ, युद्ध करने से उसे दोनों ही तरह से ਲਾਭ ਹੋਗਾ, ਕਿ ਮਤਲਬ ਅਗਰ ਯੁੱਧ ਕਰਦਾ ਹੈ ਤਾਂ ਦੋਨੋਂ ਪਾਸੇ ਉਹਨੂੰ ਫਾਇਦਾ ਹੀ ਫਾਇਦਾ, ਜੇ ਹਾਰਦਾ ਤਾਂ ਵੀ ਫਾਇਦਾ ਹੈ, ਨੁਕਸਾਨ ਹੈ ਤੇ ਤਾਂ ਵੀ ਫਾਇਦਾ ਹੈ। ਤੇ ਨਾਲ ਦੀ ਨਾਲ ਸ਼ਾਸਤਰਾਂ 'ਚ ਵੀ ਲਿਖਿਆ ਕਿ ਜਿੱਦਾਂ ਗੁਰੂਜਨ ਨੇ, ਦਰੋਣਾਚਾਰਿਆ, ਭੀਸ਼ਮ ਪਿਤਾਮਾ ਅਧਰਮ ਦੀ ਸਾਈਡ ਤੋਂ ਲੜ ਰਹੇ ਨੇ, ਤਾਂ ਸ਼ਾਸਤਰਾਂ ਨੇ ਲਿਖਿਆ ਕਿ ਜਿਹੜਾ ਗੁਰੂ ਅਧਰਮ ਕਰ ਰਿਹਾ, ਆਪਣਾ ਧਰਮ ਭੁੱਲ ਗਿਆ ਕਿ ਸਹੀ ਕੀ ਹੈ ਤੇ ਗਲਤ ਕੀ ਹੈ, ਉਹਨੂੰ ਪਤਾ ਹੀ ਨਹੀਂ ਚੱਲ ਰਿਹਾ ਕਿ ਮੈਂ ਕੀ ਕਰ ਰਿਹਾ, ਕੀ ਨਹੀਂ ਕਰ ਰਿਹਾ। ਤੇ ਭੀਸ਼ਮ ਪਿਤਾਮਾ ਤੇ ਦਰੋਣਾਚਾਰਿਆ ਉਹ ਵੀ ਅਧਰਮ ਦਾ ਸਾਈਡ ਦੇ ਰਹੇ ਨੇ, ਅਧਰਮ ਦੀ ਮਤਲਬ ਅਧਰਮ ਦਾ ਸਾਥ ਦੇ ਰਹੇ ਨੇ, ਦੁਰਯੋਧਨ ਦਾ ਸਾਥ ਦੇ ਰਹੇ ਨੇ। ਤੇ ਇਸ ਤੇ ਅਰਜੁਨ ਨੂੰ, ਜੇ ਉਹਨਾਂ ਨੂੰ ਮਾਰਦਾ ਵੀ ਹੈ ਆਪਣੇ ਗੁਰੂਜਨਾਂ ਨੂੰ, ਤਾਂ ਉਹਨਾਂ ਦਾ ਵੀ ਕੋਈ ਨੁਕਸਾਨ ਨਹੀਂ ਹੈਗਾ, ਉਹਨਾਂ ਨੂੰ ਮਰਨ ਤੋਂ ਬਾਅਦ ਨਵਾਂ ਸਰੀਰ ਮਿਲੇਗਾ, ਉਹਨਾਂ ਨੂੰ ਮਰਨ ਤੋਂ ਬਾਅਦ ਨਵਾਂ ਸਰੀਰ ਮਿਲੇਗਾ, ਉਹਨਾਂ ਦਾ ਵੀ ਕੋਈ ਨੁਕਸਾਨ ਨਹੀਂ ਹੈਗਾ, ਤਾਂ ਕਿ ਅਗਲੇ ਜੀਵਨ 'ਚ ਉਹ ਵੀ ਸਵਰਗਾਂ ਵਿੱਚ ਹੀ ਵਾਸ ਕਰਨਗੇ, ਕਿਉਂਕਿ ਭਗਵਾਨ ਦੇ ਸਾਹਮਣੇ ਮਰ ਰਹੇ ਨੇ। ਜਿੱਦਾਂ ਸ਼ਾਸਤਰਾਂ ਨੇ ਲਿਖਿਆ ਕਿ ਅੰਤ ਕਾਲੇ 'ਚ ਮਾਮੇਵ ਸਮਰਨ ਮੁਕਤਵ ਕਲੇਵਰਮ, ਭਗਵਦ ਗੀਤਾ 'ਚ ਭਗਵਾਨ ਕਹਿ ਰਹੇ ਨੇ, ਅੰਤ ਕਾਲੇ 'ਚ ਮਾਮੇਵ ਸਮਰਨ ਮੁਕਤਵ ਕਲੇਵਰਮ ਜਿਵ ਪ੍ਰਿਆਤੀ ਸਮਦਭਾਵ ਜਾਤੀ ਨਾਸਤਿ ਤ੍ਰਿਸ਼ੰਸੇ, ਕਿ ਅੰਤ ਕਾਲ 'ਚ ਜਿਹੜਾ ਬੰਦਾ ਮੇਰਾ ਸਮਰਨ ਕਰਦਾ ਹੈ, ਤਾਂ ਉਹ ਮੇਰੇ ਕੋਲ ਵਾਪਿਸ ਆਉਂਦਾ ਹੈ, ਮੇਰੇ ਕੋਲ ਦੁਬਾਰਾ ਉਹ ਇਸ ਸੰਸਾਰ ਵਿੱਚ ਨਹੀਂ ਜਾਂਦਾ। ਇਸੇ ਤਰ੍ਹਾਂ ਧਰਮ ਦੇ ਯੁੱਧ ਵਿੱਚ ਕੋਈ ਵੀ ਵਿਅਕਤੀ ਮਰਦਾ ਹੈ, ਚਾਹੇ ਉਹ ਅਧਰਮ ਦੀ ਸਾਈਡ ਤੋਂ ਹੋਵੇ, ਚਾਹੇ ਉਹ ਧਰਮ ਦੀ ਸਾਈਡ ਤੋਂ ਹੋਵੇ, ਉਹਦਾ ਕੋਈ ਨੁਕਸਾਨ ਨਹੀਂ ਹੈ, ਉਹ ਫਾਇਦਾ ਹੀ ਫਾਇਦਾ ਹੈ। ਇਸੇ ਲਈ ਸਾਨੂੰ ਇਸ ਤੋਂ ਵੀ ਸਿੱਖਿਆ ਮਿਲਦੀ ਕਿ ਸਾਨੂੰ ਹਮੇਸ਼ਾ ਧਰਮ ਦੀ ਪਾਲਣਾ ਕਰਨੀ ਚਾਹੀਦੀ ਹੈ। ਧਰਮ ਸਿੱਖਣ ਲਈ ਸਾਨੂੰ ਸਾਧੂ ਸੰਤਾਂ ਕੋਲ ਜਾਣਾ ਚਾਹੀਦਾ, ਇੰਟੈਲੀਜੈਂਟ ਲੋਕਾਂ ਕੋਲ ਜਾਣਾ ਚਾਹੀਦਾ, ਜਿਹੜੇ ਧਰਮ ਸ਼ਾਸਤਰ ਪੜ੍ਹਦੇ ਨੇ, ਜਿੱਦਾਂ ਮਹਾਭਾਰਤ, ਗੀਤਾ, ਰਮਾਇਣ ਤੋਂ ਸਾਨੂੰ ਬਹੁਤ ਵਧੀਆ ਧਰਮ ਦੀ ਸਿੱਖਿਆ ਮਿਲਦੀ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਨੇ ਧਰਮ ਦੀ ਪਾਲਣਾ ਕਰਕੇ ਦਿਖਾਈ कि एक पतिव्रता स्त्री कैसी होती है, एक पति धर्म कैसे निभाना होता है। सॉरी मैं हिंदी शुरू करती कि एक पति का धर्म किदां निभाना चाहिए, भगवान राम ने दस्या। इसे करके मर्यादा पुरुषोत्तम भगवान श्री राम धर्म का पालन करना सिखाया भगवान राम ने। महाभारत ਵਿੱਚ ਵੀ ਧਰਮ ਕੀ ਚੀਜ਼ ਆ ਉਹ ਬਹੁਤ ਡਿਟੇਲ ਵਿੱਚ ਸਾਨੂੰ ਮਿਲਦਾ ਹੈ, ਜੇ ਆਪਾਂ ਮਹਾਭਾਰਤ ਪੜ੍ਹਦੇ ਹਾਂ। ਧਰਮ ਕੀ ਹੈ ਤੇ ਅਧਰਮ ਕੀ ਹੈ, ਕਿੱਦਾਂ ਆਪਾਂ ਧਰਮ ਦੇ ਵਿੱਚ ਰਹਿ ਕੇ ਆਪਣਾ ਸੰਸਾਰੀ ਕਰਮ ਕਰਨਾ ਚਾਹੀਦਾ, ਨਾਲ ਦੀ ਨਾਲ ਜੇ ਧਰਮ ਕਰਾਂਗੇ ਤਾਂ ਹੀ ਉਹ ਇਨਸਾਨ ਬਣਾਂਗੇ। ਭਗਤੀ ਤਾਂ ਬਹੁਤ ਦੂਰ ਦੀ ਗੱਲ ਹੈ,
ਭਗਤੀ ਬਹੁਤ ਦੂਰ ਦੀ ਗੱਲ ਹੈ। ਅਸੀਂ ਸੋਚ ਰਹੇ ਹਾਂ ਅਸੀਂ 16 ਮਾਲਾ ਕਰ ਰਹੇ ਹਾਂ, 4 ਨਿਯਮਾਂ ਦਾ ਪਾਲਣ ਕਰ ਰਹੇ ਹਾਂ, ਅਸੀਂ ਭਗਤੀ ਕਰ ਰਹੇ ਹਾਂ, ਲੇਕਿਨ ਸਾਡੇ ਅੰਦਰ ਕੋਈ ਵੀ ਦੈਵੀ ਗੁਣ, ਚੰਗੇ ਗੁਣ ਨਹੀਂ ਹੈਗੇ। ਅਸੀਂ ਹਮੇਸ਼ਾ ਦੂਜਿਆਂ ਦੇ ਬਾਰੇ ਉਲਟਾ ਸਿੱਧਾ ਸੋਚਦੇ ਰਹਿੰਦੇ ਹਾਂ, ਦੂਜਿਆਂ ਦੇ ਪ੍ਰਤੀ ਸਾਨੂੰ ਦਵੇਸ਼ ਆਉਂਦਾ ਰਹਿੰਦਾ ਹੈ, ਹਨਾ। ਦੂਜਿਆਂ ਦੇ ਪ੍ਰਤੀ ਸਾਨੂੰ ਚੁਗਲੀ, ਨਿੰਦਾ ਚੱਲਦੀ ਰਹਿੰਦੀ 24 ਘੰਟੇ, ਕਦੀ ਫੋਨ ਤੇ ਕਿਸੇ ਦੀ ਚੁਗਲੀ, ਕਦੀ ਕਿਤੇ। ਇਹ ਧਰਮ ਨਹੀਂ ਹੈਗਾ, ਇਹ ਅਧਰਮ ਹੈ। ਇਸੇ ਕਰਕੇ ਹਮੇਸ਼ਾ ਸਾਨੂੰ ਧਰਮ ਦੀ ਪਾਲਣਾ ਕਰਨੀ ਚਾਹੀਦੀ ਹੈ, ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸੇ ਕਰਕੇ ਸਾਨੂੰ ਪਤਾ ਵੀ ਤੇ ਹੋਣਾ ਚਾਹੀਦਾ ਧਰਮ ਹੈ ਕੀ, ਸਾਨੂੰ ਪਤਾ ਹੀ ਨਹੀਂ। ਸੁਸਾਇਟੀ ਵਿੱਚ ਕਿਸੇ ਨੇ ਦੱਸਿਆ ਹੀ ਨਹੀਂ ਕਿ ਧਰਮ ਕੀ ਤੇ ਅਧਰਮ ਕੀ ਹੈ। ਸਾਨੂੰ ਸਾਡੇ ਮਨ ਨਾਲ ਜੋ ਸਾਨੂੰ ਚੰਗਾ ਲੱਗਦਾ ਅਸੀਂ ਉਹ ਕਰਦੇ ਹਾਂ, ਸਾਨੂੰ ਲੱਗਦਾ ਇਹੀ ਧਰਮ ਹੈ, ਲੇਕਿਨ ਜ਼ਰੂਰੀ ਨਹੀਂ ਅਸੀਂ ਜੋ ਸੋਚ ਰਹੇ ਹਾਂ ਉਹ ਸਹੀ ਹੋਵੇ। ਇਸੇ ਕਰਕੇ ਸਾਨੂੰ ਹਮੇਸ਼ਾ ਆਪਣੀ ਸੋਚ ਨੂੰ ਟੈਲੀ ਕਰਨਾ ਚਾਹੀਦਾ, ਮਤਲਬ ਸ਼ਾਸਤਰਾਂ ਦੇ ਨਾਲ ਮਿਲਾਉਣਾ ਚਾਹੀਦਾ ਕਿ ਮੈਂ ਜੋ ਸੋਚ ਰਿਹਾ ਗਲਤ ਸੋਚ ਰਿਹਾ ਕਿ ਸਹੀ ਸੋਚ ਰਿਹਾ, ਕਿਉਂਕਿ ਇਨਸਾਨ ਤੇ ਗਲਤੀਆਂ ਦਾ ਪੁਤਲਾ ਹੈ। ਇਸੇ ਕਰਕੇ ਗਲਤੀਆਂ ਤੇ ਹੋਣਗੀਆਂ ਹੀ ਹੋਣਗੀਆਂ। ਤੁਸੀਂ ਇਹ ਨਾ ਸਮਝੋ ਕਿ ਅਸੀਂ ਸੰਸਾਰ ਵਿੱਚ ਰਹਿ ਰਹੇ ਹਾਂ, ਮੈਨੂੰ ਬਹੁਤ ਇੰਟੈਲੀਜੈਂਟ ਆ, ਨਾ ਹੀ ਮੈਂ ਬੀਟੈਕ ਕੀਤੀ ਹੈ, ਮੈਂ MBBS ਕੀਤੀ ਹੈ, ਮੈਂ ਡਾਕਟਰ ਹਾਂ ਤੇ ਮੈਂ ਇਹ ਹਾਂ ਤੇ ਮੈਂ ਉਹ ਹਾਂ, ਮੈਂ ਬਹੁਤ ਪੜ੍ਹਿਆ ਲਿਖਿਆ, ਮੈਨੂੰ ਬਹੁਤ ਨੌਲੇਜ ਹੈ। ਬੜੇ ਵੱਡੇ ਯੋਗੀ ਰਿਸ਼ੀ ਮੁਨੀ, ਜਿੱਦਾਂ ਵਿਸ਼ਵਾਮਿੱਤਰ, ਦਰੋਨਾਚਾਰਿਆ, ਦੇਖ ਹੀ ਰਹੇ ਹਾਂ ਅਸੀਂ ਮਹਾਭਾਰਤ ਵਿੱਚ, ਉਹ ਵੀ ਅਧਰਮ ਦਾ ਸਾਥ ਦੇ ਰਹੇ ਨੇ। ਮਤਲਬ ਇੰਨੇ ਇੰਟੈਲੀਜੈਂਟ ਤੇ ਇੰਨੇ ਬੁੱਧੀਮਾਨ ਗੁਰੂ, ਫਿਰ ਵੀ ਉਹਨਾਂ ਨੂੰ ਇੰਨੀ ਸਮਝ ਨਹੀਂ ਆ ਰਹੀ ਕਿ ਅਸੀਂ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਸਾਥ ਦਈਏ, ਫਿਰ ਵੀ ਉਹ ਦੁਰਯੋਧਨ ਦਾ ਸਾਥ ਦੇ ਰਹੇ ਨੇ। ਇਸੇ ਕਰਕੇ ਸਾਨੂੰ ਇਹ ਸਮਝਣਾ ਚਾਹੀਦਾ ਕਿ ਮਾਇਆ ਬਹੁਤ ਪ੍ਰਬਲ ਹੈ ਇਸ ਸੰਸਾਰ ਵਿੱਚ। ਭਗਵਾਨ ਦੀ ਜਿਹੜੀ ਮਾਇਆ ਵਾ, ਅਸੀਂ ਆਪਣੇ ਆਪ ਨੂੰ ਬਹੁਤ ਇੰਟੈਲੀਜੈਂਟ ਸਮਝਦੇ ਹਾਂ, ਲੇਕਿਨ ਅਸੀਂ ਇੰਨੇ ਇੰਟੈਲੀਜੈਂਟ ਨਹੀਂ ਹੈਗੇ। ਇਸੇ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗੀਤਾ ਬੋਲੀ ਹੈ ਕਿ ਅਸੀਂ ਇੰਟੈਲੀਜੈਂਟ ਹੈਗੇ ਹਾਂ ਤਾਂ ਟੈਲੀ ਕਰਕੇ ਦੇਖੋ, ਨਹੀਂ ਤੇ ਸਾਨੂੰ ਪਤਾ ਨਹੀਂ ਚੱਲਣਾ ਕਿ ਅਸੀਂ ਕਦੋਂ ਗਲਤ ਕੰਮ ਕਰ ਗਏ, ਕਦੋਂ ਅਸੀਂ ਕਹਿ ਲਈਏ ਕਿ ਵੱਡੇ ਲੋਕ ਜਿਹੜੇ ਨੇ ਉਹ ਗਲਤ ਕੰਮ ਕਰ ਜਾਂਦੇ ਨੇ, ਗਲਤੀਆਂ ਹੋ ਜਾਂਦੀਆਂ ਨੇ, ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ। ਇਸੇ ਕਰਕੇ ਹਮੇਸ਼ਾ ਗੀਤਾ ਪੜ੍ਹਦੇ ਰਹਿਣਾ ਚਾਹੀਦਾ ਸਾਨੂੰ। ਇਸ ਦੇ ਨਾਲ ਸਾਨੂੰ ਪਤਾ ਲੱਗਦਾ ਰਹਿੰਦਾ ਕਿ ਕੀ ਗਲਤ ਹੈ, ਕੀ ਸਹੀ ਹੈ, ਕੀ ਗਲਤ ਹੈ, ਸਮਾਜ ਵਿੱਚ ਕਿੱਦਾਂ ਰਹਿਣਾ, ਕਿੱਦਾਂ ਜੀਣਾ। ਗੀਤਾ ਨੂੰ ਕਹਿੰਦੇ ਨੇ ਲਾਈਫ ਮੈਨੂਅਲ। ਜਿੱਦਾਂ ਇੱਕ AC ਲਿਆਉਂਦੇ ਹਾਂ, AC ਦੇ ਨਾਲ ਇੱਕ AC ਦਾ ਮੈਨੂਅਲ ਮਿਲਦਾ ਕਿ AC ਨੂੰ ਚਲਾਉਣਾ ਕਿੱਦਾਂ, ਉਸੇ ਤਰ੍ਹਾਂ ਅਸੀਂ ਸੰਸਾਰ ਵਿੱਚ ਰਹਿ ਰਹੇ ਹਾਂ ਤੇ ਅਸੀਂ ਜੀਣਾ ਕਿੱਦਾਂ, ਉਹ ਭਗਵਦ ਗੀਤਾ ਸਾਨੂੰ ਸਿਖਾਉਂਦੀ ਹੈ। ਕਿਸੇ ਦੇ ਨਾਲ ਬੋਲਣਾ ਕਿੱਦਾਂ, ਜਿੱਦਾਂ ਭਗਵਾਨ ਸ਼੍ਰੀ ਕ੍ਰਿਸ਼ਨ 18ਵੇਂ ਅਧਿਆਇ 'ਚ ਕਹਿ ਰਹੇ ਨੇ, ਅਨੁਦਵੇਗ ਕਰਮ ਵਾਕਿਅਮ ਸਤਿਅਮ ਪ੍ਰਿਯਮ ਹਿਤਮ ਚਜਤ। ਅਨੁਦਵੇਗ ਕਰਮ ਵਾਕਿਅਮ, ਕਿ ਅਨੁਦਵੇਗ, ਅਸੀਂ ਕੋਈ ਏਦਾਂ ਦਾ ਵਾਕਿਆ ਨਾ ਬੋਲੀਏ ਆਪਣੇ ਮੂੰਹੋਂ ਜਿਸ ਤੋਂ ਦੂਜੇ ਬੰਦੇ ਦਾ ਗੁੱਸਾ ਖੋਲ ਪਏ, ਉਹਦੇ ਅੰਦਰ ਜਿਹੜਾ ਉਹਦਾ ਖੂਨ ਆ ਖੋਲ ਪਏ। ਅਸੀਂ ਮਜ਼ਾਕ 'ਚ ਦੂਜੇ ਨੂੰ ਟਿੱਚਰਾਂ ਕਰਦੇ ਰਹਿੰਦੇ ਆ, ਮਜ਼ਾਕ ਕਰਦੇ ਰਹਿੰਦੇ ਆ, ਲੇਕਿਨ ਉਹ ਅੰਦਰੋਂ ਅੰਦਰ ਕੁੜਦਾ ਰਹਿੰਦਾ, ਸਾਨੂੰ ਨਹੀਂ ਪਤਾ ਚੱਲਦਾ। ਸਾਡੇ ਸਾਹਮਣੇ ਉਹ ਕਦੀ ਨਹੀਂ ਸ਼ੋਅ ਕਰੇਗਾ ਕਿ ਹਾਂ ਮੈਨੂੰ ਤੇਰੀ ਗੱਲ ਦਾ ਗੁੱਸਾ ਲੱਗਿਆ, ਲੇਕਿਨ ਬਾਅਦ ਚੋਂ ਉਹ ਅੰਦਰ ਸੋਚਦਾ ਰਹੇਗਾ, ਲੇਕਿਨ ਇੱਕ ਦਿਨ ਆ ਕੇ ਬੰਬ ਫੁੱਟੇਗਾ। ਉਹ ਫਿਰ ਉਦੋਂ ਦਿਮਾਗ ਕਿਸੇ ਦਾ ਘੁੰਮ ਜੇ, ਕੀ ਪਤਾ, ਕੋਈ ਕੁਛ ਨਹੀਂ ਕਹਿ ਸਕਦਾ। ਇਸ ਲਈ ਭਗਵਾਨ ਨੇ ਕਿਹਾ ਕਿ ਅਨੁਦਵੇਗ ਕਰਮ ਵਾਕਿਅਮ ਸਤਿਅਮ ਪ੍ਰਿਯਮ ਹਿਤਮ ਚ ਯਤ, ਕਿ ਸਾਨੂੰ ਕਿਸੇ ਨੂੰ ਉਤੇਜਿਤ ਕਰਨ ਵਾਲੇ ਵਾਕਿਆ ਨਹੀਂ ਬੋਲਣੇ ਚਾਹੀਦੇ, ਸਤਿਅਮ ਬੋਲਣਾ ਚਾਹੀਦਾ, ਹਮੇਸ਼ਾ ਸत्य ਬੋਲਣਾ ਚਾਹੀਦਾ। ਸत्य ਵੀ ਕਿੱਦਾਂ ਬੋਲਣਾ ਚਾਹੀਦਾ, ਸਤਿਅਮ ਪ੍ਰਿਯਮ, ਕਿ ਉਸ ਅਗਲੇ ਵਿਅਕਤੀ ਨੂੰ ਪ੍ਰਿਯ ਲੱਗੇ। ਮਹਾਭਾਰਤ ਕਿੱਦਾਂ ਸ਼ੁਰੂ ਹੋਈ? ਮਹਾਭਾਰਤ ਸ਼ੁਰੂ ਹੋਈ ਹੀ ਇੱਥੋਂ ਹੈ ਕਿ द्रौपदी ਨੇ ਬੋਲਿਆ ਅੰਧੇ ਕਾ ਬੇਟਾ ਅੰਧਾ, ਦੁਰਯੋਧਨ ਨੂੰ ਕਿਹਾ ਅੰਧੇ ਕਾ ਬੇਟਾ ਅੰਧਾ, ਬਸ ਉੱਥੋਂ ਉਹਨੇ ਸੋਚ ਲਿਆ ਕਿ ਨਹੀਂ, ਮੈਂ ਇਹਨਾਂ ਨੂੰ ਤਬਾਹ ਕਰਕੇ ਛੱਡਣਾ। ਇਸੇ ਕਰੀ ਜੇ ਉਹਨੇ ਇੰਨੇ ਸ਼ਬਦ ਨਹੀਂ ਕਹੇ ਹੁੰਦੇ ਤੇ ਅੱਜ ਮਹਾਭਾਰਤ ਨਹੀਂ ਸੀ ਹੋਣੀ, ਅੱਜ द्रौपदी ਦੇ ਨਾਲ ਏਦਾਂ ਨਹੀਂ ਸੀ ਹੋਣਾ, ਅੱਜ ਪਾਂਡਵਾਂ ਨੂੰ ਏਦਾਂ ਨਹੀਂ ਸੀ ਲੜਨਾ ਪੈਣਾ। ਬਟ ਇੱਥੋਂ ਸਾਨੂੰ ਸਿੱਖਣਾ ਚਾਹੀਦਾ ਕਿ ਸਾਨੂੰ ਕਦੀ ਵੀ ਜਾਣੇ ਅਣਜਾਣੇ ਵਿੱਚ ਜਾਂ ਮਜ਼ਾਕ ਵਿੱਚ ਵੀ ਕਿਸੇ ਨੂੰ ਅਪਸ਼ਬਦ ਜਾਂ ਬੁਰੇ ਸ਼ਬਦ ਜਾਂ ਟਿੱਚਰਾਂ ਨਾ ਕਰਦੇ ਰਹੀਏ, ਟੋਂਟ ਨਾ ਮਾਰਦੇ ਰਹੀਏ ਕਿਸੇ ਨੂੰ ਕਿ ਹਾਂ ਵੀ ਮਜ਼ਾਕ ਸੀ, ਕਿ ਮੈਂ ਤੇ ਮਜ਼ਾਕ ਕੀਤਾ ਸੀ, ਉਹ ਤੇ ਸੀਰੀਅਸ ਹੀ ਲੈ ਗਿਆ। ਲੇਕਿਨ ਕਦੀ ਕਿਤੇ ਦਿਲ ਤੇ ਸੱਟ ਲੱਗ ਜੇ ਕਿਸੇ ਦੀ, ਉਹ ਕਦੀ ਵੀ ਬੰਦਾ ਦੁਬਾਰਾ, ਉਹ ਫੇਰ ਜਿਹੜਾ ਇੱਕ ਵਾਰੀ ਟੁੱਟ ਜੇ ਨਾ, ਦੁਬਾਰਾ ਨਹੀਂ ਜੁੜਦਾ। ਇਸੇ ਕਰਕੇ ਅਨੁਦਵੇਗ ਕਰਮ ਵਾਕਿਅਮ ਸਤਿਅਮ ਪ੍ਰਿਯਮ ਹਿਤਮ ਚ ਯਤ, ਉਹਨੂੰ ਸੱਤ ਬੋਲਣਾ, ਠੀਕ ਹੈ, ਉਹਨੂੰ ਪ੍ਰਿਯ ਲੱਗਣਾ ਚਾਹੀਦਾ, ਉਹਨੂੰ ਮਜ਼ਾ ਆਉਣਾ ਚਾਹੀਦਾ, ਉਹਨੂੰ ਸੁਣਨ ਚ ਮਜ਼ਾ ਆਉਣਾ ਚਾਹੀਦਾ, ਉਹਦੇ ਕੰਨਾਂ ਚ ਮਿੱਠੀ ਬਾਣੀ, ਕਹਿੰਦੇ ਨਾ, ਮਿੱਠੀ ਬਾਣੀ ਦੇ ਨਾਲ ਬੋਲਣਾ ਚਾਹੀਦਾ। ਸਤਿਅਮ ਪ੍ਰਿਯਮ ਹਿਤਮ ਚ ਯਤ, ਨਾਲ ਹਿੱਤ ਹੋਣਾ ਚਾਹੀਦਾ, ਉਹਦਾ ਫਾਇਦਾ ਹੋਣਾ ਚਾਹੀਦਾ ਕੋਈ। ਸਾਨੂੰ ਹਮੇਸ਼ਾ ਦੂਜਿਆਂ ਦਾ ਫਾਇਦਾ ਕਰਨ ਦੀ ਸੋਚਣਾ ਚਾਹੀਦਾ। ਜੇ ਤੁਸੀਂ ਦੂਜਿਆਂ ਦਾ ਫਾਇਦਾ ਨਹੀਂ ਸੋਚੋਗੇ ਤਾਂ ਦੂਜਾ ਬੰਦਾ ਤੁਹਾਡਾ ਕਿੱਦਾਂ ਫਾਇਦਾ ਸੋਚੇਗਾ? ਅੱਜ ਦੇ ਸਮਾਜ ਵਿੱਚ ਹਰ ਕੋਈ ਆਪਣਾ ਫਾਇਦਾ ਸੋਚਦਾ ਕਿ ਮੈਂ
ਆਪਣਾ ਫਾਇਦਾ ਕਰ ਲਾਂ, ਮੈਨੂੰ ਪੈਸੇ ਮਿਲ ਜਾਣ, ਮੈਂ ਅਮੀਰ ਹੋ ਜਾ, ਮੈਂ ਇਹ ਠੱਗ ਲਾਂ, ਉਹਨੂੰ ਠੱਗ ਲਾਂ, ਉਹਦੀ ਜੇਬ 'ਚ ਪੈਸੇ ਕਢਾ ਲਾਂ, ਉਹਦੀ ਜੇਬ 'ਚ ਪੈਸੇ ਕਢਾ ਲਾਂ। ਲੇਕਿਨ ਕੋਈ ਕਿਸੇ ਦਾ ਭਲਾ ਨਹੀਂ ਸੋਚ ਰਿਹਾ ਅੱਜ ਦੇ ਸਮਾਜ 'ਚ, ਕੋਈ ਕਿਸੇ ਦਾ ਫਾਇਦਾ ਨਹੀਂ ਸੋਚ ਰਿਹਾ, ਕਿਸੇ ਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ। ਦੂਜਾ ਭਾਵੇਂ ਢੱਠੇ ਖੂਹ 'ਚ ਜਾਵੇ, ਮਰੇ, ਕਹਿੰਦਾ ਨਾ ਕਿ ਕੋਈ ਜੀਵੇ ਭਾਵੇਂ ਕੋਈ ਮਰੇ ਭਾਵੇਂ ਜੀਵੇ, ਸੁੱਤਰਾ ਘੋਲ ਪਤਾਸੇ ਪੀਵੇ। ਕਿਸੇ ਨੂੰ ਕਿਸੇ ਦੀ ਟੈਨਸ਼ਨ ਨਹੀਂ ਹੈਗੀ, ਬੰਦਾ ਆਪਣਾ ਮਜ਼ੇ ਲੈ ਰਿਹਾ, ਭੋਗ ਕਰ ਰਿਹਾ, ਦੂਜਾ ਮਰ ਰਿਹਾ, ਉਹਦੀ ਕੋਈ ਚਿੰਤਾ ਨਹੀਂ। ਇਸੇ ਕਰਕੇ ਜੇ ਤੁਸੀਂ ਦੂਜੇ ਬਾਰੇ ਨਹੀਂ ਸੋਚੋਗੇ, ਦੂਜੇ ਤੁਹਾਡੇ ਬਾਰੇ ਕਿੱਦਾਂ ਸੋਚਣਗੇ? ਜੇ ਤੁਸੀਂ ਭਗਵਾਨ ਬਾਰੇ ਨਹੀਂ ਸੋਚਦੇ, ਇਸੇ ਤਰ੍ਹਾਂ ਭਗਵਾਨ ਤੁਹਾਡੇ ਬਾਰੇ ਕਿੱਦਾਂ ਸੋਚਣਗੇ? ਜੇ ਤੁਸੀਂ ਭਗਵਾਨ ਦੀ ਖੁਸ਼ੀ ਬਾਰੇ ਨਹੀਂ ਸੋਚੋਗੇ, ਤਾਂ ਭਗਵਾਨ ਤੁਹਾਡੀ ਖੁਸ਼ੀ ਬਾਰੇ ਕਿਉਂ ਸੋਚਣਗੇ? ਫਿਰ ਅਸੀਂ ਭਗਵਾਨ ਨੂੰ ਬਲੇਮ ਕਰਦੇ ਹਾਂ, ਭਗਵਾਨ ਨੂੰ ਦੋਸ਼ ਦਿੰਦੇ ਹਾਂ ਜੀ, ਹਾਂਜੀ ਮੈਂ ਤੇ ਕੁਛ ਕੀਤਾ ਹੀ ਨਹੀਂ ਅੱਜ ਤੱਕ, ਕਿਸੇ ਨਾਲ ਬੁਰਾ ਹੀ ਨਹੀਂ ਕੀਤਾ, ਭਗਵਾਨ ਨੇ ਮੇਰੇ ਨਾਲ ਏਦਾਂ ਬੁਰਾ ਕਿਉਂ ਕਰਤਾ? ਪੁਆਇੰਟ ਇਹ ਹੈ ਕਿ ਅਸੀਂ ਭਗਵਾਨ ਦਾ ਫਾਇਦਾ ਕੀ ਕੀਤਾ ਅੱਜ ਤੱਕ? ਕੀ ਫਾਇਦਾ ਕੀਤਾ? ਅਸੀਂ ਤੇ ਆਪਣਾ ਹੀ ਫਾਇਦਾ ਕਰਦੇ ਰਹੇ। ਸਾਰੀ ਉਮਰ ਅਸੀਂ ਆਪਣੇ ਲਈ ਪੈਸਾ ਕਮਾਇਆ, ਆਪਣੇ ਬੱਚਿਆਂ ਲਈ ਪੈਸਾ ਕਮਾਇਆ, ਆਪਣੀ ਵਹੁਟੀ ਲਈ ਪੈਸਾ ਕਮਾਇਆ, ਆਪਣੇ ਮਾਤਾ-ਪਿਤਾ ਲਈ ਪੈਸਾ ਕਮਾਇਆ, ਆਪਣਾ ਘਰ ਬਣਾਇਆ, ਆਪਣੀ ਗੱਡੀ ਲਈ, ਆਪਣਾ ਫ਼ੋਨ ਲਿਆ। ਲੇਕਿਨ ਭਗਵਾਨ ਦਾ ਕੀ ਫਾਇਦਾ ਕੀਤਾ? ਕੋਈ ਫਾਇਦਾ ਨਹੀਂ ਕੀਤਾ। ਇਸੇ ਲਈ ਸਾਨੂੰ ਹਮੇਸ਼ਾ ਦੂਜਿਆਂ ਦਾ ਫਾਇਦਾ ਸੋਚਣਾ ਚਾਹੀਦਾ ਹੈ। ਅਸਲੀ ਫਾਇਦਾ ਤੇ ਇਹੀ ਹੈ ਕਿ ਅਸੀਂ ਦੂਜਿਆਂ ਨੂੰ ਭਗਤੀ ਵਿੱਚ ਲਾਈਏ, ਦੂਜਿਆਂ ਨੂੰ ਦੱਸੀਏ, ਭਗਵਦ ਗੀਤਾ ਦਾ ਗਿਆਨ ਦੱਸੀਏ ਕਿ ਭਗਵਦ ਗੀਤਾ ਦੇ ਗਿਆਨ ਨਾਲ ਹੀ ਅਸੀਂ ਸੁਖੀ ਹੋ ਸਕਦੇ ਹਾਂ। ਨਹੀਂ ਤੇ ਸਾਨੂੰ ਸੁਖੀ ਇਸ ਸੰਸਾਰ 'ਚ ਕੋਈ ਚੀਜ਼ ਨਹੀਂ ਕਰ ਸਕਦੀ। ਜਿੱਦਾਂ ਭਗਵਾਨ ਗੀਤਾ 'ਚ ਅਰਜੁਨ ਨੂੰ ਕਹਿ ਰਹੇ ਨੇ, ਦੁੱਖਾਲਯਮ ਸ਼ਾਸ਼ਵਤਮ, ਇਹ ਸੰਸਾਰ ਦੁੱਖਾਂ ਦਾ ਘਰ ਹੈ। ਜਨਮ, ਮ੍ਰਿਤਯੂ, ਜਰਾ, ਵਿਆਧੀ, ਦੁੱਖ ਦੋਸ਼ਾਂ ਨੂੰ ਦਰਸ਼ਨਮ। ਜਨਮ, ਮ੍ਰਿਤੂ, ਬਿਮਾਰੀ ਤੇ ਬੁਢਾਪਾ ਹੈ, ਤੇ ਦੁੱਖ ਦੋਸ਼ਾਂ ਨੂੰ ਦਰਸ਼ਨਮ। ਇਹ ਤੇ ਦੁੱਖ ਹੀ ਦੁੱਖ ਨੇ, ਇਹਦੇ ਵਿੱਚ ਸੁੱਖ ਤੇ ਹੈ ਹੀ ਨਹੀਂ। ਸਾਰੀ ਉਮਰ ਹਰ ਕੋਈ ਪੈਸਾ ਕਮਾਉਂਦਾ ਰਹਿੰਦਾ, ਸਾਰੀ ਉਮਰ ਸਟਰਗਲ ਕਰਦਾ, ਲੇਕਿਨ ਅੰਤ ਵਿੱਚ ਕੁਛ ਨਹੀਂ ਮਿਲਦਾ ਉਹਨੂੰ। ਸਭ ਕੁਛ ਇੱਥੇ ਹੀ ਰਹਿ ਜਾਣਾ। ਇਸ ਲਈ ਸਾਨੂੰ ਫਾਇਦਾ ਸੋਚਣਾ ਚਾਹੀਦਾ ਹੈ। ਇੱਥੇ ਵੀ ਅਰਜੁਨ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਫਾਇਦਾ ਹੀ ਦੱਸ ਰਹੇ ਨੇ, ਬਈ ਤੂੰ ਆਪਣਾ ਤਾਂ ਫਾਇਦਾ ਸੋਚ ਲੈ। ਹੁਣ ਤੂੰ ਦੂਜਿਆਂ ਦਾ ਫਾਇਦਾ ਸੋਚ ਰਿਹਾ, ਲੇਕਿਨ ਮਤਲਬ ਗਲਤ ਇਨਸਾਨ ਦਾ ਫਾਇਦਾ ਸੋਚ ਰਿਹਾ ਅਰਜੁਨ, ਲੇਕਿਨ ਉਹਦਾ ਫਾਇਦਾ ਕੋਈ ਨਹੀਂ। ਅਰਜੁਨ ਸੋਚ ਰਿਹਾ ਉਹਦੀ ਭਲਾਈ ਲਈ ਕਿ ਹਾਂ ਉਹਨੂੰ ਛੱਡ ਦਈਏ, ਲੇਕਿਨ ਉਹ ਉਸ ਵਿੱਚ ਉਹਦੀ ਭਲਾਈ ਨਹੀਂ ਹੈ। ਉਦੋਂ ਉਹਨੂੰ ਮਾਰਨਾ ਹੀ ਉਹਦੀ ਭਲਾਈ ਹੈ। ਜੇ ਅੱਜ ਅਰਜੁਨ ਕੌਰਵਾਂ ਨੂੰ ਨਹੀਂ ਮਾਰਦਾ, ਦੁਰਯੋਧਨ ਨੂੰ ਨਹੀਂ ਮਾਰਦਾ, ਤਾਂ ਉਹ ਆਉਣ ਵਾਲੇ ਸਮੇਂ 'ਚ ਹੋਰ ਵੀ ਖੁੰਖਾਰ ਬਣ ਸਕਦਾ ਹੈ, ਹੋਰ ਵੀ ਲੋਕਾਂ ਨਾਲ ਬੁਰਾ ਕਰ ਸਕਦਾ ਹੈ। ਕਰ ਸਕਦਾ ਕਿ ਕਰੇਗਾ, ਜ਼ਰੂਰ ਕਰੇਗਾ, ਕਿਉਂਕਿ ਅੱਜ ਤੱਕ ਉਹਦੀ ਹਿਸਟਰੀ 'ਚ ਵੇਖ ਲਿਆ ਤੁਸੀਂ, ਉਹਨੇ ਕੀ ਕੀਤਾ? ਗਲਤ ਕੰਮ ਹੀ ਕੀਤੇ। ਇਸੇ ਕਰਕੇ ਅਰਜੁਨ ਨੂੰ ਮੋਹ ਮਾਇਆ ਵਿੱਚ, ਅਰਜੁਨ ਅਟੈਚਮੈਂਟ, ਆਸਕਤੀ ਦੇ ਵਿੱਚ ਇੰਨਾ ਅੰਦਰ ਉਹ ਕਨਫਿਊਜ਼ ਹੋ ਗਿਆ ਕਿ ਮੈਂ ਕੀ ਕਰਾਂ? ਮਤਲਬ ਉਹ ਆਪਣੇ ਵੱਲੋਂ ਪੂਰਾ ਉਹਨਾਂ ਨੂੰ ਛੱਡਣ ਦੀ ਕੋਸ਼ਿਸ਼ ਕਰ ਰਿਹਾ, ਲੇਕਿਨ ਭਗਵਾਨ ਉਹਨੂੰ ਸੱਚ ਦੱਸ ਰਹੇ ਨੇ। ਸੱਚ ਕੀ ਹੈ? ਸੱਚ ਕੀ ਹੈ? ਸੱਚ ਇਹੀ ਹੈ ਕਿ ਧਰਮ ਦੇ ਨਾਲ ਚੱਲਾਂਗੇ ਤਾਂ ਹੀ ਸਮਾਜ ਦਾ ਵੀ ਭਲਾ ਹੋਏਗਾ, ਤਾਂ ਹੀ ਆਪਣਾ ਭਲਾ ਹੋਏਗਾ। ਅਰਜੁਨ ਨਾ ਇੱਥੇ ਆਪਣਾ ਭਲਾ ਸੋਚ ਰਿਹਾ, ਨਾ ਉਹਨਾਂ ਦਾ ਭਲਾ ਸੋਚ ਰਿਹਾ। ਅਸਲ ਵਿੱਚ ਜੇ ਉਹਨਾਂ ਨੂੰ ਮਾਰਦਾ ਏ ਅਰਜੁਨ 100 ਕੌਰਵਾਂ ਨੂੰ, ਤਾਂ ਜਿੱਦਾਂ ਭਗਵਾਨ ਨੇ ਕਿਹਾ ਕਿ ਜੇ ਕੋਈ ਧਰਮ ਦੇ ਯੁੱਧ ਵਿੱਚ ਮਰਦਾ ਤਾਂ ਉਹਨੂੰ ਸਵਰਗਾਂ ਦੀ ਪ੍ਰਾਪਤੀ ਹੁੰਦੀ ਹੈ। ਤਾਂ ਅਰਜੁਨ ਜੇ 100 ਕੌਰਵਾਂ ਨੂੰ ਮਾਰੇਗਾ, ਤਾਂ 100 ਤੇ 100 ਕੌਰਵਾਂ ਨੂੰ ਸਵਰਗਾਂ ਦੀ ਪ੍ਰਾਪਤੀ ਹੋਏਗੀ। ਉਹ ਨਰਕ ਵਿੱਚ ਨਹੀਂ ਜਾਣਗੇ, ਭਾਵੇਂ ਉਹ ਧਰਮ ਦੀ ਸਾਈਡ ਤੋਂ ਲੜ ਰਹੇ ਨੇ। ਇਸੇ ਕਰਕੇ ਭਗਵਾਨ ਨੇ ਅਰਜੁਨ ਨੂੰ ਕਿਹਾ, ਜੇ ਤੂੰ ਇੱਥੇ ਲੜਦਾ ਹੈ ਤੇ ਤੇਰਾ ਵੀ ਫਾਇਦਾ ਹੈ ਤੇ ਉਹਨਾਂ ਦਾ ਵੀ ਫਾਇਦਾ। ਜੇ ਉਹ ਮਰਦੇ ਨੇ ਤੇ ਉਹਨਾਂ ਦਾ ਫਾਇਦਾ, ਜੇ ਤੂੰ ਮਰਦੇ ਤੇ ਤੇਰਾ ਵੀ ਫਾਇਦਾ, ਤੂੰ ਸਵਰਗਾਂ 'ਚ ਜਾਏਗਾ। ਇਸ ਲਈ ਤੇਰਾ ਲੜਨਾ ਇੱਥੇ ਬਹੁਤ ਜ਼ਰੂਰੀ ਹੈ। ਨੁਕਸਾਨ ਕਿਸੇ ਦਾ ਨਹੀਂ ਹੈਗਾ, ਨਾ 100 ਕੌਰਵਾਂ ਦਾ ਨੁਕਸਾਨ ਹੈ, ਨਾ ਤੇਰਾ ਨੁਕਸਾਨ ਹੈ। ਇਸ ਲਈ ਮੇਰਾ ਕਹਿਣਾ ਮੰਨ ਤੇ ਯੁੱਧ ਕਰ। ਭਗਵਾਨ ਨੂੰ ਅਰਜੁਨ ਦੀਆਂ ਇੱਕ ਇੱਕ ਕਰਕੇ ਸਾਰੀਆਂ ਜਿਹੜੀਆਂ ਪਹਿਲੇ ਅਧਿਆਏ 'ਚ ਅਰਜੁਨ ਨੇ ਯੁੱਧ ਨਾ ਕਰਨ ਦੇ ਕਾਰਨ ਦੱਸੇ ਨੇ, ਹੌਲੀ ਹੌਲੀ ਕਰਕੇ ਸਾਰੇ ਕਾਰਨ ਕੱਟ ਰਹੇ ਨੇ ਕਿ ਤੂੰ ਗਲਤ ਹੈ, ਤੇਰੀ ਜਿਹੜੀ ਸੋਚ ਹੈ ਲਿਮਿਟਿਡ ਹੈ, ਤੇਰੀ ਸੋਚ ਬਹੁਤ ਛੋਟੀ ਹੈ। ਵੱਡੀ ਸੋਚੋ ਕਿ ਆਉਣ ਵਾਲੇ ਸਮੇਂ 'ਚ ਕੀ ਹੋਏਗਾ। ਅਰਜੁਨ ਜਿੱਦਾਂ ਸੋਚ ਰਿਹਾ, ਇਹ ਆਮ ਇਨਸਾਨ ਦੀ ਸੋਚ ਹੈ, ਜਿੱਦਾਂ ਅਸੀਂ ਸੋਚਦੇ ਹਾਂ। ਅਰਜੁਨ ਇਹ ਨਹੀਂ ਸੋਚ ਰਿਹਾ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਦੁਰਯੋਧਨ ਹੈ, ਇਹ ਲੋਕਾਂ ਦੇ ਨਾਲ ਕਿੱਦਾਂ ਵਿਵਹਾਰ ਕਰੇਗਾ। ਜੇ ਅੱਜ ਅਰਜੁਨ ਇਹਨਾਂ ਨੂੰ ਮਾਰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਰਜੁਨ ਰਾਜੇ ਕਰੇਗਾ। ਤੇ ਅਰਜੁਨ ਕੀ ਇੱਕ ਚੰਗਾ ਵਿਅਕਤੀ ਹੈ, ਧਰਮ ਦਾ ਪਾਲਣ ਕਰਨ ਵਾਲਾ, ਯੁਧਿਸ਼ਟਰ ਮਹਾਰਾਜ ਧਰਮਰਾਜ, ਜਿਹੜੇ ਧਰਮ ਦੇ ਰਾਜ ਨੇ, ਜਿਨ੍ਹਾਂ ਨੂੰ ਧਰਮ ਦੀ ਇੱਕ ਇੱਕ ਚੀਜ਼ ਪਤੀ ਹੈ, ਧਰਮ ਦਾ ਮਤਲਬ ਇੱਕ ਇੱਕ ਪੁਆਇੰਟ ਪਤਾ ਉਹਨਾਂ ਨੂੰ, ਧਰਮ ਕੀ ਚੀਜ਼ ਹੈ, ਚੰਗਾ ਕੰਮ ਕੀ ਹੈ, ਕਿਸੇ ਦੇ ਨਾਲ ਭਲਾ ਕਿੱਦਾਂ ਕਰਨਾ, ਕਿਸੇ ਦੀ ਭਲਾਈ ਕਿੱਦਾਂ ਕਰਨੀ ਹੈ। ਲੇਕਿਨ 100 ਕੌਰਵਾਂ ਨੂੰ ਪਤਾ ਕਿੱਦਾਂ ਕਰਨਾ ਭਲਾ? ਕੁਛ ਨਹੀਂ ਪਤਾ ਉਹਨਾਂ ਨੂੰ। ਉਹਨਾਂ ਨੇ ਤੇ ਬਸ ਆਪਣੇ ਭੋਗ ਕਰਨਾ ਹੈ, ਦੁਨੀਆ ਨੂੰ ਤਾਂ ਤੰਗ ਕਰਨਾ ਹੈ, ਦੁਨੀਆ 'ਚ ਤਬਾਹੀ ਮਚਾਉਣੀ ਹੈ। ਇਸੇ ਕਰਕੇ ਅਰਜੁਨ ਨੂੰ ਭਗਵਾਨ ਕਹਿ ਰਹੇ ਨੇ ਕਿ ਤੂੰ ਦੂਰ ਦੀ ਸੋਚ, ਤੇਰੀ ਸੋਚ ਬੜੀ ਛੋਟੀ ਹੈ। ਮੈਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ 'ਚ ਕੀ ਹੋਏਗਾ। ਇਸੇ ਕਰਕੇ ਸਾਨੂੰ ਮਹਾਨ ਮਹਾਂਪੁਰਖਾਂ ਦੇ ਬਾਰੇ ਜਿੱਦਾਂ ਸੋਚਦੇ ਨੇ, ਸਾਨੂੰ ਵੀ ਉਸ ਤਰ੍ਹਾਂ ਹੀ ਸੋਚਣਾ ਚਾਹੀਦਾ ਹੈ।
ਉਹ ਗੱਲ ਵੱਖਰੀ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅੰਤਰਜਾਮੀ ਨੇ, ਪਾਸਟ ਪ੍ਰੈਜ਼ੈਂਟ ਤੇ ਫਿਊਚਰ ਆਉਣ ਵਾਲੇ ਸਮੇਂ 'ਚ ਕੀ ਹੋਣਾ ਹੈ, ਅੱਜ ਕੀ ਹੋ ਰਿਹਾ ਤੇ ਪਿੱਛੇ ਕੀ ਹੋਇਆ, ਉਹ ਉਹਨਾਂ ਨੂੰ ਸਭ ਪਤਾ ਹੈ। ਲੇਕਿਨ ਜੇ ਆਪਾਂ ਫੇਰ ਵੀ ਥੋੜਾ ਜਿਹਾ ਦਿਮਾਗ ਲਾਈਏ ਤੇ ਜਿੱਦਾਂ ਸਾਹਮਣੇ ਦੁਰਯੋਧਨ ਨੇ ਜੋ ਕੰਮ ਕੀਤੇ ਨੇ, ਤੇ ਆਉਣ ਵਾਲੇ ਸਮੇਂ 'ਚ ਅਸੀਂ ਸੋਚ ਸਕਦੇ ਹਾਂ ਕਿ ਉਹ ਕੀ ਚੰਗਾ ਕੰਮ ਕਰ ਸਕਦਾ ਹੈ? ਨਾ, ਕੋਈ ਕੰਮ ਨਹੀਂ ਕਰ ਸਕਦਾ ਉਹ ਚੰਗਾ, ਕਿਉਂਕਿ ਇਹਨੇ ਪਹਿਲਾਂ ਹੀ ਗਲਤ ਕੰਮ ਕੀਤੇ ਨੇ, ਤਾਂ ਆਉਣ ਵਾਲੇ ਸਮੇਂ 'ਚ ਕੀ ਚੰਗਾ ਕੰਮ ਕਰੇਗਾ ਜੇ ਉਹਨੂੰ ਛੱਡ ਦਈਏ? ਛੱਡਣ ਦਾ ਤਾਂ ਕੋਈ ਫਾਇਦਾ ਨਹੀਂ। ਇਸੇ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਅਰਜੁਨ ਨੂੰ ਕਹਿ ਰਹੇ ਹੈ, ਤੂੰ ਤੇਰੀ ਜਿਹੜੀ ਸੋਚ ਹੈ ਨਾ, ਬਹੁਤ ਛੋਟੀ ਸੋਚ ਹੈ, ਆਮ ਇਨਸਾਨ ਵਾਲੀ ਸੋਚ ਹੈ। ਇਸੇ ਲਈ ਸਾਨੂੰ ਇੱਥੋਂ ਇਹ ਵੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਮ ਇਨਸਾਨ ਦੀ ਤਰ੍ਹਾਂ ਨਹੀਂ ਸੋਚਣਾ ਚਾਹੀਦਾ। ਸਾਨੂੰ ਭਗਵਾਨ ਦੀ ਤਰ੍ਹਾਂ ਸੋਚਣਾ ਚਾਹੀਦਾ। ਦੂਜਿਆਂ ਦਾ ਭਲਾ ਕਿੱਦਾਂ ਹੋਏਗਾ, ਆਉਣ ਵਾਲੇ ਸਮੇਂ 'ਚ ਇਹਦੀ ਜਿਹੜੀ ਫਿਊਚਰ 'ਚ ਇਹਦਾ ਰਿਜ਼ਲਟ ਕੀ ਨਿਕਲੇਗਾ, ਅਸੀਂ ਜੋ ਵੀ ਆਪਣੇ ਸੰਸਾਰ ਵਿੱਚ ਜਾਂ ਆਪਾਂ ਜਿੱਥੇ ਵੀ ਰਹਿ ਰਹੇ ਹਾਂ, ਕੁਛ ਵੀ ਕਰ ਰਹੇ ਹਾਂ, ਉਹਦਾ ਆਉਣ ਵਾਲੇ ਸਮੇਂ 'ਚ ਰਿਜ਼ਲਟ ਕੀ ਨਿਕਲੇਗਾ, ਦੂਜਿਆਂ ਤੇ ਪ੍ਰਭਾਵ ਕੀ ਪਏਗਾ, ਦੂਜਿਆਂ ਦਾ ਕੀ ਫਾਇਦਾ ਹੋਏਗਾ, ਦੂਜੇ ਤੇ ਨਹੀਂ ਡਿਸਟਰਬ ਹੋਣਗੇ, ਦੂਜੇ ਤੰਗ ਤੇ ਨਹੀਂ ਹੋ ਜਾਣਗੇ ਸਾਡੇ ਕੰਮ ਕਰਨ ਤੇ, ਜਾਂ ਅਸੀਂ ਜੋ ਐਕਸ਼ਨ ਕਰਾਂਗੇ ਜਾਂ ਅਸੀਂ ਜੋ ਕਿਰਿਆ ਕਰਾਂਗੇ, ਆਪਾਂ ਜੋ ਕੰਮ ਕਰਾਂਗੇ, ਸਾਡੇ ਕੰਮ ਤੋਂ ਕਿਸੇ ਨੂੰ ਤੰਗੀ ਤੇ ਨਹੀਂ ਹੋਏਗੀ, ਕੋਈ ਪਰੇਸ਼ਾਨ ਤੇ ਨਹੀਂ ਹੋਏਗਾ। ਇਸ ਲਈ ਸਾਨੂੰ ਇਹ ਸੋਚਣਾ ਚਾਹੀਦਾ ਹਮੇਸ਼ਾ ਕਿ ਸਾਡੇ ਸਾਡੇ ਕੁਛ ਵੀ ਬੋਲਣ ਤੋਂ ਜਾਂ ਕਰਨ ਤੋਂ ਕਿਸੇ ਦੂਜੇ ਬੰਦੇ ਨੂੰ ਦੁੱਖ ਨਹੀਂ ਪਹੁੰਚਣਾ ਚਾਹੀਦਾ। ਹਮੇਸ਼ਾ ਇਹ ਸੋਚਣਾ ਚਾਹੀਦਾ। ਜੇ ਤੁਸੀਂ ਹਮੇਸ਼ਾ ਇਹ ਧਿਆਨ ਰੱਖੋਗੇ ਤਾਂ ਤੁਹਾਨੂੰ ਵੀ ਕਦੀ ਦੁੱਖ ਮਹਿਸੂਸ ਨਹੀਂ ਹੋਏਗਾ, ਕਿਉਂਕਿ ਜਿੱਦਾਂ ਕਰੋਗੇ ਓਦਾਂ ਭਰੋਗੇ। ਜੇ ਤੁਸੀਂ ਕਿਸੇ ਨੂੰ ਦੁੱਖ ਨਹੀਂ ਪਹੁੰਚਾਇਆ ਤੇ ਤੁਹਾਨੂੰ ਕਿੱਦਾਂ ਦੁੱਖ ਮਿਲ ਜਾਏਗਾ। ਇਸੇ ਤਰ੍ਹਾਂ ਸਾਨੂੰ ਉੱਚੀ ਸੋਚ ਰੱਖਣੀ ਚਾਹੀਦੀ ਹੈ। ਭਗਵਾਨ ਵਰਗੀ ਸੋਚ ਜੇ ਅਸੀਂ ਰੱਖਣਾ ਚਾਹੁੰਦੇ ਹਾਂ ਤੇ ਅਸੀਂ ਭਗਵਦ ਗੀਤਾ ਜਿੱਦਾਂ ਪੜ੍ਹ ਰਹੇ ਹਾਂ, ਡਿਸਕਸ ਕਰ ਰਹੇ ਹਾਂ, ਸਾਨੂੰ ਆਪ ਵੀ ਪੜ੍ਹਨਾ ਚਾਹੀਦਾ, ਜਿਹਦੇ ਲੋਕੀ ਸੁਣ ਰਹੇ ਨੇ ਉਹਨਾਂ ਨੂੰ ਵੀ ਪੜ੍ਹਨਾ ਚਾਹੀਦਾ, ਤਾਂ ਲੋਕਾਂ ਨੂੰ ਹੋਰ ਦੱਸਣਾ ਵੀ ਚਾਹੀਦਾ। ਜੇ ਤੁਸੀਂ ਪੜ੍ਹ ਰਹੇ ਹੋ ਤਾਂ ਆਪੇ ਹੀ ਸਾਨੂੰ ਹੀ ਫਾਇਦਾ ਹੋ ਰਿਹਾ, ਲੇਕਿਨ ਜੇ ਆਪਾਂ ਕਿਸੇ ਨੂੰ ਦੱਸਦੇ ਨਹੀਂ ਤਾਂ ਉਸਦਾ ਕੋਈ ਫਾਇਦਾ ਨਹੀਂ। ਇਹ ਵੀ ਇੱਕ ਤਰ੍ਹਾਂ ਨਾਲ ਸਵਾਰਥੀ ਹੈ। ਜੇ ਆਪਾਂ ਭਗਵਦ ਗੀਤਾ ਪੜ੍ਹ ਰਹੇ ਹਾਂ ਤਾਂ ਉਹ ਵੀ ਬੁਰਾ ਹੈ, ਉਹ ਵੀ ਚੰਗਾ ਨਹੀਂ ਹੈਗਾ। ਤੇ ਚੰਗਾ ਕਿੱਦਾਂ ਹੋਏਗਾ? ਚੰਗਾ ਏਦਾਂ ਹੀ ਹੋਏਗਾ ਜੇ ਆਪਾਂ ਜੋ ਪੜ੍ਹ ਰਹੇ ਹਾਂ ਉਹ ਦੂਜਿਆਂ ਨੂੰ ਦੱਸੀਏ, ਦੂਜਿਆਂ ਦਾ ਫਾਇਦਾ ਕਰੀਏ, ਤਾਂ ਹੀ ਫਾਇਦਾ ਭਗਵਦ ਗੀਤਾ ਆਪੇ ਪੜ੍ਹਨ ਦਾ। ਆਪਾਂ ਤੇ ਪੜ੍ਹਦੇ ਹੀ ਹਾਂ, ਤੁਸੀਂ ਲੋਕ ਵੀ ਜਿਹੜੇ ਦੇਖ ਰਹੇ ਹੋ, ਸੁਣ ਰਹੇ ਹੋ, ਉਹ ਪੜ੍ਹਦੇ ਹੀ ਹੋ, ਲੇਕਿਨ ਆਪਾਂ ਜੇ ਦੂਜੇ ਨੂੰ ਦੱਸਾਂਗੇ ਨਹੀਂ ਜਦ ਤੱਕ, ਉਦੋਂ ਤੱਕ ਸਾਨੂੰ ਵੀ ਉਹਦਾ ਕੋਈ ਫਾਇਦਾ ਨਹੀਂ ਹੋਏਗਾ। ਕਿਉਂਕਿ ਦੂਜੇ ਨੂੰ ਦੱਸਣ ਨਾਲ ਹੀ, ਜਿੱਦਾਂ ਆਪਾਂ ਜੋ ਸੁਣਿਆ, ਜੇ ਤੁਸੀਂ ਕਿਸੇ ਨੂੰ ਦੱਸੋਗੇ ਉਹ ਚੀਜ਼ ਤੁਹਾਨੂੰ ਫਿਰ ਅਨੁਭਵ ਹੋਏਗੀ, ਬਾਰ-ਬਾਰ ਤੁਹਾਡੇ ਮਾਈਂਡ ਦੇ ਵਿੱਚ ਉਹ ਰਿਮਾਈਂਡ ਹੋਏਗਾ, ਅਭਿਆਸ ਹੋਏਗਾ। ਅਭਿਆਸ ਕਰਨ ਨਾਲ ਕੀ ਹੋਏਗਾ, ਉਹ ਗੱਲ ਪੱਕੀ ਹੋ ਜਾਏਗੀ, ਤੁਹਾਡੇ ਦਿਮਾਗ 'ਚ ਬਹਿ ਜਾਏਗੀ। ਫਿਰ ਹੌਲੀ-ਹੌਲੀ ਕਰਕੇ ਉਸ ਚੀਜ਼ ਦੇ ਸੰਸਕਾਰ ਬਣਨਗੇ, ਚੰਗੇ ਸੰਸਕਾਰ, ਜੋ ਕਿ ਤੁਹਾਡੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਬਹੁਤ ਹੈਲਪਫੁਲ ਹੋਣਗੇ ਅਗਲੇ ਜੀਵਨ 'ਚ। ਜਿੱਦਾਂ ਅਸੀਂ ਕਹਿੰਦੇ ਹਾਂ ਕਿ ਭਗਵਾਨ ਦੇ ਕੋਲ ਜਾਣਾ ਬਹੁਤ ਔਖਾ, ਭਗਵਾਨ ਦੀ ਭਗਤੀ ਕਰਨੀ ਔਖੀ ਹੈ। ਜਦੋਂ ਮਾਲਾ ਕਰਦੇ ਹਾਂ ਮਨ ਭਟਕਦਾ। ਇਸੇ ਤਰ੍ਹਾਂ ਜੇ ਆਪਾਂ ਸੋਚੀਏ ਤੇ ਅਸੀਂ ਇਸ ਜਨਮ 'ਚ ਜਾਣਾ ਭਗਵਾਨ ਦੇ ਕੋਲ, ਉਹ ਬਹੁਤ ਔਖਾ। ਇਸੇ ਕਰਕੇ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਧਰਮ ਦੀ ਪਾਲਣਾ ਕਰੀਏ, ਚੰਗੇ ਕਰਮ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਰੋਟੀ ਖਵਾਈਏ ਜਾਂ ਕੱਪੜੇ ਪਵਾ ਦਈਏ ਜਾਂ ਕਿਸੇ ਨੂੰ ਦਾਨ ਕਰ ਦਈਏ, ਚੰਗੇ ਕਰਮ ਨਹੀਂ ਹੁੰਦੇ। ਚੰਗੇ ਕਰਮ ਦਾ ਮਤਲਬ ਹੈ ਕਿ ਅਸੀਂ ਕਿਸੇ ਨੂੰ ਭਗਵਾਨ ਦਾ ਗਿਆਨ ਦੇਈਏ, ਭਗਵਤ ਗਿਆਨ ਦੇਈਏ, ਕਿਸੇ ਨੂੰ ਭਗਵਾਨ ਦਾ ਪ੍ਰਚਾਰ ਕਰੀਏ, ਕਿਸੇ ਨੂੰ ਭਗਤੀ ਵਿੱਚ ਲਾਈਏ, ਇਹਨੂੰ ਕਹਿੰਦੇ ਚੰਗਾ ਕਰਮ। ਕਿਸੇ ਦੀ ਆਤਮਾ ਬਾਰੇ ਸੋਚੀਏ, ਆਤਮਾ ਦੀ ਉੱਨਤੀ ਬਾਰੇ, ਆਤਮਾ ਨੂੰ ਉੱਪਰ ਚੁੱਕਣ ਬਾਰੇ ਸੋਚੀਏ। ਕਿਸੇ ਦੂਜੇ ਦੀ ਆਤਮਾ, ਅੱਜ ਕੱਲ੍ਹ ਸੰਸਾਰ ਦੇ ਵਿੱਚ ਲੋਕਾਂ ਦੀ ਜਿਹੜੀ ਆਤਮਾ ਹੈ ਮਰੀ ਪਈ ਹੈ, ਬਸ ਬਾਹਰੋਂ ਹੀ ਬੰਦਾ ਜਿੰਦਾ ਹੈ, ਅੰਦਰੋਂ ਮਰਿਆ ਪਿਆ। ਉਹਨੂੰ ਨੀ ਪਤਾ ਕਿ ਹਾਂ ਮੈਂ ਅੰਦਰੋਂ, ਮੇਰੀ ਜਿਹੜੀ ਆਤਮਾ ਹੈ ਉਹ ਤੇ ਬਸ ਅੰਦਰੋਂ ਕੋਈ ਰੱਬ ਦਾ ਨਾਂ ਨਹੀਂ, ਕੋਈ ਕੁਛ ਨਹੀਂ, ਬਸ ਮਨ 'ਚ ਬੁਰੇ ਵਿਚਾਰ, ਬੁਰੇ ਖਿਆਲ, ਦੂਜਿਆਂ ਦੇ ਪ੍ਰਤੀ ਚੁਗਲੀਆਂ, ਬਸ ਹਰ ਹਰ ਟਾਈਮ ਨੈਗੇਟਿਵਿਟੀ ਸੋਚਦੇ ਰਹਿੰਦੇ ਇਨਸਾਨ ਅੱਜ ਦੇ। ਇਸੇ ਕਰਕੇ ਜਦੋਂ ਤੱਕ ਆਪਾਂ ਭਗਵਦ ਗੀਤਾ ਨਹੀਂ ਪੜਾਂਗੇ, ਦੂਜਿਆਂ ਨੂੰ ਨਹੀਂ ਦੱਸਾਂਗੇ, ਸਾਡੇ ਅੰਦਰ ਪੋਜ਼ਿਟਿਵਿਟੀ ਨਹੀਂ ਆ ਸਕਦੀ। ਭਗਤੀ ਅੰਗਰੇਜ਼ੀ ਭਾਸ਼ਾ 'ਚ ਕਹਿ ਲਈਏ ਪੋਜ਼ਿਟਿਵਿਟੀ ਜਾਂ ਡਿਵੋਸ਼ਨ, ਤੇ ਹਿੰਦੀ 'ਚ ਜਾਂ ਪੰਜਾਬੀ 'ਚ ਕਹਿ ਲਈਏ ਭਗਤੀ, ਭਗਵਾਨ ਦੀ ਭਗਤੀ। ਇਸੇ ਕਰਕੇ ਭਗਤੀ ਸਾਡੇ ਅੰਦਰ ਤਦ ਤੱਕ ਨਹੀਂ ਆ ਸਕਦੀ ਜਦ ਤੱਕ ਅਸੀਂ ਕਿਸੇ ਨੂੰ ਦੱਸਾਂਗੇ ਨਹੀਂ। ਅਸੀਂ ਅਭਿਆਸ ਨਹੀਂ ਕਰਾਂਗੇ, ਕਿਸੇ ਨੂੰ ਦੱਸਾਂਗੇ ਨਹੀਂ, ਤਾਂ ਉਹੀ ਖਤਮ ਹੋ ਜਾਏਗਾ ਗਿਆਨ। ਗਿਆਨ ਕਹਿੰਦੇ ਵੰਡਣ ਨਾਲ ਵੱਧਦਾ ਹੈ। ਉਸੇ ਤਰ੍ਹਾਂ ਭਗਤੀ ਦਾ ਜਿਹੜਾ ਗਿਆਨ ਹੈ, ਜੇ ਤੁਸੀਂ ਜਿੰਨਾ ਜ਼ਿਆਦਾ ਵੰਡੋਗੇ, ਤੁਹਾਡੇ ਅੰਦਰ ਭਗਤੀ ਦਾ ਗਿਆਨ ਓਨਾ ਜ਼ਿਆਦਾ ਵਧੇਗਾ, ਤੁਹਾਡੇ ਅੰਦਰ ਓਨੀ ਜ਼ਿਆਦਾ ਭਗਤੀ ਵਧੇਗੀ। ਤੇ ਜਿੰਨੀ ਜ਼ਿਆਦਾ ਤੁਹਾਡੇ ਅੰਦਰ ਭਗਤੀ ਹੋਏਗੀ ਤਾਂ ਭਗਵਾਨ ਤੁਹਾਡੇ ਤੋਂ ਓਨਾ ਹੀ ਜ਼ਿਆਦਾ ਖੁਸ਼ ਹੋਣਗੇ। ਤੇ ਭਗਵਾਨ ਤੁਹਾਡੇ ਤੋਂ ਖੁਸ਼ ਹੋ ਗਏ ਤਾਂ ਤੁਹਾਨੂੰ ਦੁਨੀਆ 'ਚ ਕੌਣ ਦੁੱਖ ਦੇ ਸਕਦਾ? ਕੋਈ ਦੁੱਖ ਨਹੀਂ ਦੇ ਸਕਦਾ, ਤੁਹਾਨੂੰ ਕੋਈ ਪਰੇਸ਼ਾਨ ਨਹੀਂ ਕਰ ਸਕਦਾ। ਰਾਖੇ ਕ੍ਰਿਸ਼ਨ ਮਾਰੇ ਕੇ, ਮਾਰੇ ਕ੍ਰਿਸ਼ਨ ਰਾਖੇ ਕੇ। ਚੈਤन्य चरितमृत ਵਿੱਚ ਸ਼ਲੋਕ ਆਉਂਦਾ ਹੈ
ਕਿ ਜੇ ਭਗਵਾਨ ਸ਼੍ਰੀ ਕ੍ਰਿਸ਼ਨ ਹੀ ਤੁਹਾਨੂੰ ਰੱਖਣਾ ਚਾਹੁੰਦੇ ਨੇ ਤਾਂ ਤੁਹਾਨੂੰ ਮਾਰ ਕੌਣ ਸਕਦਾ ਹੈ? ਜੇ ਭਗਵਾਨ ਸ਼੍ਰੀ ਕ੍ਰਿਸ਼ਨ ਹੀ ਤੁਹਾਨੂੰ ਮਾਰਨਾ ਚਾਹੁੰਦੇ ਤਾਂ ਤੁਹਾਨੂੰ ਕੋਈ ਬਚਾ ਨਹੀਂ ਸਕਦਾ। ਇਸੇ ਕਰਕੇ ਜੇ ਭਗਵਾਨ ਹੀ ਖੁਸ਼ ਨੇ ਸਾਡੇ ਤੋਂ, ਤੇ ਸਾਨੂੰ ਕਿਸ ਚੀਜ਼ ਦੀ ਟੈਨਸ਼ਨ ਹੈ? ਅਸੀਂ ਟੈਨਸ਼ਨਾਂ ਲਈ ਬੈਠੇ ਹਾਂ ਕਿ ਪਤਾ ਨਹੀਂ ਫਿਊਚਰ 'ਚ ਕੀ ਹੋਏਗਾ, ਹੈਂ? ਉਹ ਕੀ ਹੋਏਗਾ, ਕਿੱਦਾਂ ਹੋਏਗਾ, ਘਰ ਕਿੱਦਾਂ ਚਲੇਗਾ, ਪੈਸੇ ਕਿੱਥੋਂ ਆਉਣਗੇ, ਬੱਚਿਆਂ ਦਾ ਕੀ ਹੋਏਗਾ, ਘਰਵਾਲੀ ਦਾ ਕੀ ਹੋਏਗਾ, ਮਾਂ-ਪਿਓ ਦਾ ਕੀ ਹੋਏਗਾ, ਕੀ ਬਣੇਗਾ ਅੱਜ ਦਾ ਸਮਾਜ? ਅਸੀਂ ਇਹ ਕੁਛ ਸੋਚਦੇ ਰਹਿੰਦੇ ਹਾਂ, ਲੇਕਿਨ ਭਗਵਾਨ ਬਾਰੇ ਕਦੀ ਸੋਚਿਆ ਕਿ ਭਗਵਾਨ ਸਾਡੇ ਬਾਰੇ ਕੀ ਸੋਚ ਰਹੇ ਨੇ? ਕਿ ਭਗਵਾਨ ਨੂੰ ਕਿੰਨੀ ਚਿੰਤਾ ਸਾਡੀ ਕਿ ਅਸੀਂ ਸੰਸਾਰ 'ਚ ਭਟਕ ਰਹੇ ਹਾਂ, ਕਰੋੜਾਂ ਜਨਮਾਂ ਤੋਂ ਸੋਚ ਰਹੇ ਹਾਂ, ਆਪਣੇ ਪਰਿਵਾਰ ਬਾਰੇ ਸੋਚ ਰਹੇ ਹਾਂ, ਮੈਂ ਤੇ ਮੇਰੇ 'ਚ ਫਸੇ ਹਾਂ, ਬਸ। ਕਦੀ ਭਗਵਾਨ ਨੂੰ ਆਪਣਾ ਮੰਨਿਆ? ਨਾ, ਕਦੀ ਵੀ ਨਹੀਂ, ਕਿ ਭਗਵਾਨ ਸਾਡੇ ਬਾਰੇ ਕੀ ਸੋਚ ਰਹੇ। ਭਗਵਾਨ ਜਿਹੜੇ ਨੇ, ਉਹ ਸਾਡੇ ਬਾਰੇ ਸੋਚ ਰਹੇ ਹੈ ਕਿ ਕਦੋਂ ਮੇਰੇ ਕੋਲ ਆਏਗਾ। ਭਗਵਾਨ ਬਸ ਏਦਾਂ ਕਰਕੇ ਬੈਠੇ ਆ, ਘੁੰਮ ਹੀ ਜਾਂਦਾ। ਇਹਨੂੰ ਕੋਈ ਪਰਵਾਹ ਹੀ ਨਹੀਂ ਹੈਗੀ, ਮੈਂ ਵੇਟ ਕਰ ਰਿਹਾ ਇੱਥੇ, ਭਗਵਾਨ ਇਹਦੀ ਘੜੀ ਵੇਖ ਰਿਹਾ ਆਪਣੀ, ਕਿੰਨਾ ਟਾਈਮ ਹੋਇਆ, ਕਿੰਨੇ ਸਾਲ ਹੋ ਗਏ ਇਹਨੂੰ 100 ਸਾਲ ਹੋ ਗਏ ਨੇ, 100 ਸਾਲਾਂ ਤੋਂ ਭਟਕੀ ਜਾਂਦਾ ਜਨਮ ਮ੍ਰਿਤੂ ਦੇ ਚੱਕਰਾਂ 'ਚ, ਅਜੇ ਵੀ ਨਹੀਂ ਸਮਝ ਆਈ, ਪਤਾ ਨਹੀਂ ਕਦੋਂ ਆਣੀ ਹੈ, ਕਿਹੜੇ ਜਨਮਾਂ 'ਚ ਚੱਕਰ ਸਮਝ ਆਣੀ, ਕਦੋਂ ਸਾਧੂ ਸੰਗ ਮਿਲੇਗਾ। ਇਸੇ ਕਰਕੇ ਸ਼ਾਸਤਰਾਂ 'ਚ ਲਿਖਿਆ ਸਾਧੂ ਸੰਗ ਸਰਵ ਸ਼ਾਸਤਰ ਕਹੇ, ਲਵ ਮਾਤਰ ਸਾਧੂ ਸੰਗ ਸਰਵ ਸਿੱਧੀ ਹੋਏ। ਕਿ ਜਿਹੜੇ ਸਾਧੂਆਂ ਦਾ ਸੰਗ ਜਦੋਂ ਮਿਲ ਜਾਂਦਾ ਨਾ, ਉਹ ਸਰਵ ਸਿੱਧੀ ਪ੍ਰਾਪਤ ਕਰ ਸਕਦਾ ਹੈ, ਇੱਕ ਚੰਗੇ ਸਾਧੂ ਦਾ ਸੰਗ ਕਰਕੇ। ਇਸੇ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਕਹਿ ਰਹੇ, ਬਹੁ ਨਾਮ ਜਨਮ ਨਾਮ ਅੰਤੇ ਗਿਆਨਵਾਨ ਮਾਮ ਪ੍ਰਪद्यते ਵਾਸੁਦੇਵਮ ਸਰਵਮਿਤੀ ਸ ਮਹਾਤਮਾ ਸੁਦੁਰਲਭਾ। ਕਿ ਬੜੇ ਜਨਮਾਂ ਤੋਂ ਬਾਅਦ ਜਿਹੜਾ ਗਿਆਨਵਾਨ, ਬਹੁ ਨਾਮ ਜਨਮ ਨਾਮ ਅੰਤੇ, ਬਹੁ ਜਨਮਾਂ ਦੇ ਅੰਤ ਤੋਂ ਬਾਅਦ ਗਿਆਨਵਾਨ ਮਾਮ ਪ੍ਰਪद्यते, ਜਿਹਨੂੰ ਇਹ ਗਿਆਨ ਹੈ ਕਿ ਵਾਸੁਦੇਵਮ ਸਰਵਮਿਤੀ, ਕਿ ਵਾਸੁਦੇਵ ਭਗਵਾਨ ਸ਼੍ਰੀ ਕ੍ਰਿਸ਼ਨ ਹੀ ਸਭ ਤੋਂ ਉੱਪਰ ਨੇ, ਉਹੀ ਸਭ ਕੁਛ ਨੇ, ਸ ਮਹਾਤਮਾ ਸੁਦੁਰਲਭਾ, ਐਸਾ ਮਹਾਤਮਾ ਸੁਦੁਰਲਭ ਹੈ, ਐਸਾ ਮਹਾਤਮਾ ਲੱਭਣਾ ਬਹੁਤ ਔਖਾ, ਬਹੁਤ ਔਖਾ। ਕੋਈ ਇੱਕ ਹੀ ਹੁੰਦਾ, ਕੋਈ ਵਿਰਲਾ ਹੀ ਲੱਭਦਾ, ਜਿਹੜਾ ਸਿਰਫ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਖੁਸ਼ੀ ਲਈ ਆਪਣਾ ਜੀਵਨ ਜੀਂਦਾ, ਆਪਣਾ ਜੀਵਨ ਜਾਪਨ ਕਰਦਾ ਹੈ, ਤੇ ਭਗਵਾਨ ਦੀ ਸ਼੍ਰੀ ਕ੍ਰਿਸ਼ਨ ਦੇ ਲਈ ਆਪਣਾ ਸਾਹ ਲੈਂਦਾ, ਖਾਂਦਾ ਭਗਵਾਨ ਸ਼੍ਰੀ ਕ੍ਰਿਸ਼ਨ ਲਈ, ਪੀਂਦਾ ਭਗਵਾਨ ਸ਼੍ਰੀ ਕ੍ਰਿਸ਼ਨ ਲਈ, ਸੌਂਦਾ ਭਗਵਾਨ ਸ਼੍ਰੀ ਕ੍ਰਿਸ਼ਨ ਲਈ, ਉਹੀ ਅਸਲੀ ਭਗਤ ਹੈ। ਉਹ ਲੱਭਣਾ ਬਹੁਤ ਔਖਾ, ਜੋ ਕਿ ਸਾਡੇ ਸ਼੍ਰੀਲ ਪ੍ਰਭੂਪਾਦ ਜੀ ਨੇ ਆਪਣਾ ਸੁੱਖ ਛੱਡ ਕੇ 70 ਸਾਲ ਦੀ ਉਮਰ 'ਚ ਅਮਰੀਕਾ ਗਏ ਪ੍ਰਚਾਰ ਕਰਨ ਲੋਕਾਂ ਨੂੰ, ਸਾਡੇ ਲਈ। ਲੇਕਿਨ ਅਸੀਂ ਉਹਨਾਂ ਦੀ ਮਿਹਨਤ ਦਾ ਕੀ ਫਲ ਪਾਇਆ? ਕੋਈ ਫਲ ਨਹੀਂ ਪਾਇਆ। ਉਹਨਾਂ ਨੇ ਇੰਨੀ ਮਿਹਨਤ ਕਰਕੇ ਭਗਵਦ ਗੀਤਾ ਲਿਖੀ, ਭਾਗਵਤਮ ਲਿਖੀ, ਚੈਤन्य ਚਰਿਤਮ੍ਰਿਤ ਲਿਖੀ, ਛੋਟੀਆਂ-ਛੋਟੀਆਂ ਇੰਨੀਆਂ ਕਿਤਾਬਾਂ ਲਿਖੀਆਂ, 100 ਤੋਂ ਉੱਪਰ ਕਿਤਾਬਾਂ ਲਿਖੀਆਂ। ਅਸੀਂ ਕੀ ਕਰ ਰਹੇ ਹਾਂ? ਅਸੀਂ ਕੀ ਛੱਡਿਆ? ਕੁਛ ਵੀ ਨਹੀਂ ਛੱਡਿਆ। ਇੱਕ ਸਾਡੇ ਕੋਲ ਛੋਟਾ ਜਿਹਾ ਇੰਟਰਨੈਟ ਹੀ ਨਹੀਂ ਛੱਡਿਆ ਜਾਂਦਾ, ਫੋਨ ਨਹੀਂ ਛੱਡਿਆ ਜਾਂਦਾ ਅੱਧਾ ਘੰਟਾ, 24 ਘੰਟੇ ਤੇ ਆਪਾਂ WhatsApp ਤੇ ਸਟੇਟਸ, ਮੈਸੇਜ, ਇਹ ਚੋਂ ਸਭ ਚੋਂ ਇਹ ਛੋਟੀ-ਛੋਟੀ ਚੀਜ਼ਾਂ ਵੇਖਦੇ ਰਹਿੰਦੇ। ਧਿਆਨ ਤੇ ਸਾਰਾ WhatsApp 'ਚ, ਭਗਵਾਨ ਵਾਲੇ ਪਾਸੇ ਕਿੱਥੇ ਧਿਆਨ? ਭਗਵਾਨ ਸ਼੍ਰੀ ਕ੍ਰਿਸ਼ਨ ਕਹਿ ਰਹੇ ਹੈ, ਮਨ ਮਨਾ ਭਵ ਮਦ ਭਗਤੋ, ਮਨ ਮੇਰੇ 'ਚ ਲਾਓ। ਮਨ ਤੇ ਲੱਗਾ WhatsApp 'ਚ, ਤੇ ਕਿੱਦਾਂ ਭਗਤੀ ਹੋਏਗੀ? ਇਸ ਲਈ ਥੋੜ੍ਹਾ ਜਿਹਾ ਸੀਰੀਅਸ ਸਾਨੂੰ ਹੋਣਾ ਪਏਗਾ। ਭਗਵਦ ਗੀਤਾ ਨੂੰ ਆਪਣੇ ਜੀਵਨ 'ਚ ਲਾਉਣ ਲਈ ਕੋਸ਼ਿਸ਼ ਕਰਨੀ ਪਏਗੀ। ਕੋਸ਼ਿਸ਼ ਕਰਨੇ ਵਾਲੇ ਕੀ ਹਾਰ ਨਹੀਂ ਹੋਤੀ, ਕੋਸ਼ਿਸ਼ ਕਰਦੇ ਰਹੋ, ਭੱਜਦੇ ਰਹੋ, ਡਿੱਗਦੇ ਰਹੋ, ਉੱਠਦੇ ਰਹੋ, ਭੱਜਦੇ ਰਹੋ, ਡਿੱਗਦੇ ਰਹੋ, ਉੱਠਦੇ ਰਹੋ। ਡਿੱਗ-ਡਿੱਗ ਕੇ ਬੰਦਾ ਵੱਡਾ ਹੁੰਦਾ ਹੈ। ਇਸੇ ਕਰਕੇ ਭਗਤੀ 'ਚ ਕਈ ਵਾਰੀ ਆਪਾਂ ਡਿੱਗਾਂਗੇ, ਕਈ ਵਾਰੀ ਖੜੇ ਹੋਵਾਂਗੇ, ਕਈ ਵਾਰੀ ਭੱਜਾਂਗੇ, ਕਈ ਵਾਰੀ ਬੈਠਾਂਗੇ। ਇਸੇ ਤਰ੍ਹਾਂ ਭਗਤੀ 'ਚ ਕਦੀ ਬੰਦਾ ਡਿੱਗਦਾ ਤੇ ਕਦੀ ਉੱਠਦਾ, ਲੇਕਿਨ ਰੁਕੋ ਨਹੀਂ, ਚੱਲਦੇ ਰਹੋ। ਜਿੱਥੇ ਰੁਕ ਗਏ, ਉੱਥੇ ਫਿਰ ਗੜਬੜ ਹੈ। ਰੁਕਣਾ ਨਹੀਂ, ਕਰਦੇ ਰਹੋ, ਪ੍ਰਯਾਸ ਕਰਦੇ ਰਹੋ, ਕੋਸ਼ਿਸ਼ ਕਰਦੇ ਰਹੋ। ਬਸ ਸਾਧੂਆਂ ਦਾ ਸੰਗ ਨਾ ਛੱਡੋ, ਸਾਧੂ ਸੰਤਾਂ ਦਾ ਸਾਥ ਨਾ ਛੱਡੋ। ਜਿੱਥੇ ਤੁਸੀਂ ਸਾਧੂ ਸੰਤਾਂ ਨੂੰ ਛੱਡਤਾ, ਬਸ ਤੁਸੀਂ ਸਮਝ ਲਓ ਤੁਹਾਡੀ ਦੁਨੀਆ ਦਾ ਮਤਲਬ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਖਰਾਬ ਸਮਾਂ ਸ਼ੁਰੂ ਹੋਇਆ ਉੱਥੋਂ, ਉਦੋਂ। हरे कृष्णा। शिल प्रभुपाद की जय।